परम सत्कारयोग गुरु रूप गुरु प्यारी गुरु खालसा साध संगत जी, सतगुरु जियां ने अपार रहमत की है, अपार बख्शिश की है। जो कि सानू सतसंग दियां वडमुलियां कड़ियां बख्शिश कीतियां हन। आओ इस घड़ियां तो पूरा पूरा लाहा लईए। विचार की आरंभता तो पहला धन श्री गुरु ग्रंथ साहिब महाराज जियां दे चरणां विच हाजरी लवाइए। शहीद पिता दे पुत्र, शहीद पुत्रां दे पिता सरबंस दानी साहिबे कमाल धन गुरु गोबिंद सिंह महाराज जियां वल्लों बख्शिश कीती हुई फतेह बुलाइए जी। कोई भी रचना वांझी ना रहे। जिन्नियां भी संगतां सोशल मीडिया के जरिए फेसबुक यूट्यूब के जरिए अपने घरां विच बैठियां इस गुरमत समागम का लाहा लै रहे हो, आओ सब तो पहला सतगुरु जी की बख्शी हुई फतेह बुलाइए। कोई भी रचना वांझी ना रहे। गज के आखो जी वाहिगुरु जी का खालसा वाहिगुरु जी की फतेह। वड भागी साध संग प्राप्त। ਵੱਡਿਆਂ ਭਾਗਾਂ ਦੇ ਨਾਲ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਹੈ। ਪਿਛਲੇ ਕੋਈ ਉੱਤਮ ਕਰਮ ਹੋਣ, ਸਤਿਗੁਰੂ ਜੀ ਦੀ ਰਹਿਮਤ ਹੋਵੇ, ਤਾਂ ਹੀ ਪੂਰੇ ਸਤਿਗੁਰੂ ਜੀ ਦੀ ਵਡਿਆਈ ਸੁਣੀ ਜਾਂਦੀ ਹੈ, ਤਾਂ ਹੀ ਪੂਰੇ ਸਤਿਗੁਰੂ ਜੀ ਦੀ ਵਡਿਆਈ ਕੀਤੀ ਜਾਂਦੀ ਹੈ। ਤੇ ਜਿੰਨਾ ਸਮਾਂ ਵੀ ਆਪਾਂ ਗੁਰਮਤਿ ਸਮਾਗਮ ਦਾ ਲਾਹਾ ਲੈਣਾ ਹੈ, ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਜ਼ਰੂਰ ਬੈਠੇ। ਜੇ ਅਸੀਂ ਮਨ ਬਿਰਤੀ ਇਕਾਗਰ ਕਰਕੇ ਸੁਣਾਂਗੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਉਸਤਤ ਕਰਾਂਗੇ, ਫਿਰ ਸਾਡਾ ਇੱਥੇ ਬੈਠੇ ਦਾ ਸਮਾਂ ਜਾਂ ਜਿੱਥੇ ਬੈਠੇ ਤੁਸੀਂ ਦੇਖ ਰਹੇ ਹੋ, ਤੁਹਾਡਾ ਹੈ ਇੱਥੇ ਬੈਠਣ ਦਾ ਸਮਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਲਿਖਿਆ ਜਾਏਗਾ। ਇਹ ਸਮੇਂ ਦਾ ਫਾਇਦਾ, ਇਹ ਸਮੇਂ ਦਾ ਲਾਭ ਤੁਹਾਨੂੰ ਬਾਅਦ ਵਿੱਚ ਪਤਾ ਲੱਗੇਗਾ ਵੀ ਗੁਰੂ ਜੀ ਦੀ ਉਸਤਤ ਕਰਨ ਦਾ ਲਾਭ ਕਿੰਨਾ ਹੈ, ਫਾਇਦਾ ਕਿੰਨਾ ਹੈ। ਮਹਾਰਾਜ ਕਹਿੰਦੇ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਪੁਰਾਣੇ ਸਮਿਆਂ ਵਿੱਚ ਜਗ ਕਰਿਆ ਕਰਦੇ ਸੀ, ਪਰ ਮਹਾਰਾਜ ਕਹਿੰਦੇ ਜਗ ਕਰਨ ਵਾਸਤੇ ਕਿੰਨੀ ਸਮੱਗਰੀ ਦੀ ਲੋੜ ਪੈਂਦੀ ਸੀ, ਕਿੰਨੀ ਮਾਇਆ ਲੱਗਦੀ ਸੀ, ਕਿੰਨਾ ਧਨ ਖਰਚ ਹੁੰਦਾ ਸੀ। ਪਰ ਜੇ ਕਿਤੇ ਤੂੰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੀ ਸੰਗਤ ਵਿੱਚ ਆ ਕੇ ਸਤ ਸੰਗਤ ਕਰ ਲਏ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਕਰ ਲਏ, ਤੈਨੂੰ ਕਰੋੜਾਂ ਹੀ ਜੱਗਾਂ ਦਾ ਫਲ ਮਿਲ ਸਕਦਾ। ਕਰੋੜਾਂ ਹੀ ਜੱਗਾਂ ਦਾ, ਕਈ ਕੋਟਕ ਜੱਗ ਫਲਾ। ਤੇ ਬੇਨਤੀ ਮੈਂ ਤਾਂ ਕਰਦਾ ਹੈ, ਜਿੰਨਾ ਸਮਾਂ ਵੀ ਬੈਠਣਾ ਹੈ, ਜਿੰਨਾ ਸਮਾਂ ਵੀ ਲਾਹਾ ਲੈਣਾ ਹੈ, ਮਨ ਬਿਰਤੀ ਇਕਾਗਰ ਕਰਕੇ ਬੈਠਿਓ। ਤੇ ਜੇ ਮਨ ਬਿਰਤੀਆਂ ਇਕਾਗਰ ਕਰਕੇ ਸੁਣਾਂਗੇ ਤਾਂ ਸਾਡਾ ਇੱਥੇ ਸੁਣੇ ਦਾ ਸਮਾਂ ਸਫਲ ਵੀ ਹੋਏਗਾ, ਤੇ ਜਿੰਨਾ ਸਮਾਂ ਸੁਣਾਂਗੇ ਉਹ ਜ਼ਿੰਦਗੀ ਭਰ ਯਾਦ ਰਹੇਗਾ। ਮਹਾਰਾਜ ਕਹਿੰਦੇ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਐ ਮੇਰਿਆ ਮਨਾ ਮਨੁੱਖਾ ਸਰੀਰ ਤੈਨੂੰ ਮਿਲਿਆ ਹੈ, ਮਤ ਜਾਣੀ ਮਨੁੱਖਾ ਸਰੀਰ ਤੈਨੂੰ ਬਾਰ-ਬਾਰ ਮਿਲੀ ਜਾਏਗਾ। ਅਕਾਲ ਪੁਰਖ ਵਾਹਿਗੁਰੂ ਜੀ ਨੇ ਰਹਿਮਤ ਕੀਤੀ ਹੈ, ਉਹ ਦੁਰਲੱਭ ਦੇਹ ਮਿਲੀ ਹੈ, ਆ ਸਰੀਰ ਮਿਲਿਆ ਹੈ। ਇਸ ਸਰੀਰ ਅੰਦਰ ਰਹਿ ਕੇ ਮਨ ਵਿੱਚ ਵਿਚਾਰ ਕਰ ਵੇ ਤੂੰ ਕਰ ਕੀ ਰਿਹਾ ਹੈ।
ਜੋ ਤੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸੰਸਾਰ ਅੰਦਰ ਭੇਜਿਆ ਹੈ, ਤੂੰ ਉਹ ਕੰਮ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ। ਇੱਕ ਘੱਟ 84 ਲੱਖ ਜੂਨਾਂ ਤੋਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ। ਮਹਾਰਾਜ ਕਹਿੰਦੇ 84 ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਮਨੁੱਖਾ ਸਰੀਰ ਨੂੰ ਵਡਿਆਈ ਮਿਲੀ ਹੈ, ਬਾਕੀ ਇੱਕ ਘੱਟ 84 ਲੱਖ ਜੂਨਾਂ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਨਹੀਂ ਕੀਤੀ ਜਾ ਸਕਦੀ। ਆ ਤੇਰੇ ਤੇ ਰਹਿਮਤ ਕਰਕੇ ਮਹਾਰਾਜ ਨੇ ਤੈਨੂੰ ਮਨੁੱਖਾ ਸਰੀਰ ਦਿੱਤਾ ਹੈ। ਇਸ ਸਰੀਰ ਅੰਦਰ ਰਹਿ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕਰ। ਜਿਵੇਂ ਆਪ ਜੀ ਸਭ ਨੂੰ ਪਤਾ ਹੀ ਹੈ, ਜੋ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਡੇ ਤੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਇਹ 2 ਰੋਜ਼ਾ ਗੁਰਮਤਿ ਸਮਾਗਮ ਰਾਤਰੀ ਦੇ ਦੀਵਾਨ ਮਹਾਰਾਜ ਨੇ ਸਾਨੂੰ ਬਖਸ਼ੇ ਹੈ। ਅੱਜ ਦਾ ਦੀਵਾਨ ਤੇ ਕੱਲ ਦਾ ਦੀਵਾਨ। ਇਹ ਗੁਰਮਤਿ ਸਮਾਗਮ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, 5ਵੇਂ ਪਾਤਸ਼ਾਹ, 5ਵੇਂ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਆਪਾਂ ਇਹ ਗੁਰਮਤਿ ਸਮਾਗਮ ਕਰ ਰਹੇ ਹਾਂ। ਕਿਤੇ ਵਿਚਾਰ ਕਰੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਸਿੱਖ ਹਰ ਰੋਜ਼ ਰਾਤ ਨੂੰ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸੌਂਦਾ ਹੈ। ਸੋਹਲਾ ਸਾਹਿਬ ਦਾ ਆਖਰੀ ਸ਼ਬਦ ਹੈ ਜੋ 5ਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਰਸਨਾ ਚੋਂ ਉਚਾਰਨ ਕੀਤਾ ਹੋਇਆ ਹੈ। ਦੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਮਹਾਰਾਜ ਕਿਵੇਂ ਨਿਮਰਤਾ ਦੇ ਨਾਲ ਬੇਨਤੀ ਕਰ ਰਹੇ ਹੈ। ਐ ਮੇਰਿਆ ਮਿੱਤਰਾ, ਮੈਂ ਤੈਨੂੰ ਬੇਨਤੀ ਕਰਕੇ ਸਮਝਾ ਰਿਹਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਮੇਰਿਆ ਮਿੱਤਰਾ ਸੁਣ, ਸੰਤ ਟਹਿਲ ਕੀ ਵੇਲਾ। ਆ ਜ਼ਿੰਦਗੀ ਮਿਲੀ ਹੈ ਕਾਦੇ ਵਾਸਤੇ? ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਸਤੇ, ਸਤ ਸੰਗਤ ਕਰਨ ਵਾਸਤੇ, ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਸਤੇ ਤੈਨੂੰ ਸੰਗਤ ਮਿਲੀ ਹੈ। ਗੁਰੂ ਜੀ ਦੇ ਬਚਨ ਕਮਾਉਣ ਵਾਸਤੇ ਸੰਗਤ ਮਿਲੀ ਹੈ। ਮਹਾਰਾਜ, ਜੇ ਅਸੀਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਂਗੇ, ਸਤ ਸੰਗਤ ਵਿੱਚ ਆ ਕੇ ਗੁਰੂ ਜੀ ਦੀਆਂ ਵਡਿਆਈਆਂ ਸੁਣਾਂਗੇ, ਮਹਾਰਾਜ ਮਿਲੇਗਾ ਕੀ? ਮਹਾਰਾਜ ਕਹਿੰਦੇ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਇੱਥੇ ਵੀ ਲਾਹਾ ਖੱਟ ਕੇ ਜਾਓਗੇ ਤੇ ਜਦੋਂ ਦਰਗਾਹ ਵਿੱਚ ਜਾਓਗੇ ਉੱਥੇ ਵੀ ਮੁਖ ਉਜਲਾ ਹੋਏਗਾ। ਤੁਹਾਡਾ ਅੱਗਾ ਵੀ ਸਬਰ ਜਾਏਗਾ, ਅੱਗੇ ਜਾ ਕੇ ਪਛਤਾਣਾ ਨਹੀਂ ਪਏਗਾ। ਜਿਹਨੂੰ ਕਬੀਰ ਸਾਹਿਬ ਨੇ ਕਿਹਾ, ਰਾਮ ਸਿਮਰ ਪਛਤਾਹੇਗਾ ਮਨ। ਐ ਮੇਰਿਆ ਮਨਾ, ਪ੍ਰਮਾਤਮਾ ਦਾ ਸਿਮਰਨ ਕਰ, ਨਹੀਂ ਤਾਂ ਪਛਤਾਣਾ ਪਏਗਾ। ਪਾਪੀ ਜੀਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਏਗਾ। ਇਹ ਪਾਪੀ ਮਨ ਲਾਲਚ ਕਰਦਾ ਹੈ, ਕਿਸੇ ਦਾ ਮਾੜਾ ਸੋਚਦਾ ਹੈ, ਪਰ ਭੁੱਲਿਆ ਹੋਇਆ ਹੈ। ਇਹਨੂੰ ਲੱਗਦਾ ਹੈ ਵੀ ਸੰਸਾਰ ਤੇ ਮੈਂ ਸਦਾ ਹੀ ਵਾਸਤੇ ਰਹਿਣ ਆਇਆ। ਇਹਦੇ ਮਨ ਵਿੱਚ ਭੁਲੇਖਾ ਹੈ, ਭਰਮ ਹੈ ਵੇ ਖਰੇ ਇਹ ਸੰਸਾਰ ਤੇ ਸਦਾ ਹੀ ਰਹਿਣਾ ਹੈ, ਪਰ ਨਹੀਂ। ਮਹਾਰਾਜ ਕਹਿੰਦੇ, ਸਾਧੋ ਰਚਨਾ ਰਾਮ ਬਨਾਈ। ਧੰਨ ਗੁਰ ਤੇਗ ਬਹਾਦਰ ਮਹਾਰਾਜ, ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਪਰਮਾਤਮਾ ਨੇ ਰਚਨਾ ਬਣਾਈ ਹੈ, ਸੰਸਾਰ ਬਣਾਇਆ ਹੈ, ਪਰ ਸੰਸਾਰ ਵਿੱਚ ਲੋਕ ਇਹੋ ਜਿਹੇ ਵੀ ਹੈ ਜਿਹੜੇ ਸਾਹਮਣੇ ਅਰਥੀ ਨੂੰ ਜਾਂਦੇ ਦੇਖਦੇ ਐ, ਕਿਸੇ ਦੀ ਅਰਥੀ ਨੂੰ ਜਾਂਦੇ ਦੇਖਦੇ ਐ, ਪਰ ਮਨ ਵਿੱਚ ਇਹ ਖਿਆਲ ਆ ਵੀ ਮੈਂ ਥੋੜੀ ਸੰਸਾਰ ਤੋਂ ਜਾਣਾ ਹੈ, ਮੈਂ ਤਾਂ ਇਹ ਸੰਸਾਰ ਤੇ ਸਦਾ ਹੀ ਰਹਿਣਾ ਹੈ। ਪਰ ਮਹਾਰਾਜ ਕਹਿੰਦੇ ਬਹੁਤ ਵੱਡਾ ਭੁਲੇਖਾ ਹੈ, ਇਹ ਤੇਰੇ ਮਨ ਦਾ ਭੁਲੇਖਾ ਹੈ। ਤੂੰ ਸੰਸਾਰ ਅੰਦਰ ਮੁਸਾਫਰਖਾਨੇ ਅੰਦਰ ਆਇਆ ਹੈ, ਇਹ ਮੁਸਾਫਰਖਾਨੇ ਅੰਦਰ ਤੂੰ
बहुत ज़्यादा समा थोड़ी रहना है। मुसाफिर खाने विच जांदा है, कुछ घड़ियां बतीत करके अपने अगले पैंडे लई तुर पैंदा है। कोई इहो जिहा मुसाफिर नहीं ਜਿਹੜਾ सदा ही वास्ते मुसाफिर खाने विच ही रह जावे, नहीं। महाराज कहंदे इहा खाट चलो हर लाहा, आगे बसन सहेला। ਇੱਥੇ ਆ ਕੇ ਲਾਹਾ ਖੱਟ ਕੇ ਜਾ। ਲਾਹਾ ਕਾਹਦਾ ਖੱਟਣਾ, ਬੜੀ ਵਾਰ ਅਰਜ ਕਰੀ ਦੀ ਹੈ। ਇੱਥੇ ਆ ਕੇ ਧਨ ਨਾ ਇਕੱਠਾ ਕਰ, ਇੱਥੇ ਆ ਕੇ ਕੱਲੇ ਧੀਆਂ ਪੁੱਤ ਪਾਲ ਕੇ ਨਾ ਚਲਿਆ ਜਾਈ। ਇੱਥੇ ਆ ਕੇ ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਘਰ ਬਣਾ ਕੇ ਨਾ ਚਲਾ ਜਾਈ। ਇੱਥੇ ਆ ਕੇ ਧਨ ਇਕੱਠਾ ਕਰੀ, ਜਿਹੜੇ ਧਨ ਦੀ ਉਹ ਦਰਗਾਹ ਵਿੱਚ ਕਦਰ ਪੈਣੀ। ਕਿਹੜਾ ਧਨ? ਉਹ ਧਨ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ। ਆਖੋ ਸਤਨਾਮ। ਮਹਾਰਾਜ ਕਹਿੰਦੇ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਪਰ ਸੰਤੋ ਬਣਜਿਆ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ। ਜਿਹੜੇ ਰੱਬ ਦੇ ਪਿਆਰੇ ਹੁੰਦੇ ਐ, ਗੁਰਮੁਖ ਹੁੰਦੇ ਐ, ਉਹ ਸੰਸਾਰ ਅੰਦਰ ਆ ਕੇ ਨਾਮ ਦਾ ਧਨ ਇਕੱਠਾ ਕਰਦੇ ਐ। ਉਹ ਦੁਨਿਆਵੀ ਮਾਇਆ ਦਾ ਧਨ ਨਹੀਂ ਇਕੱਠਾ ਕਰਦੇ, ਉਹ ਨਾਮ ਦਾ ਧਨ ਇਕੱਠਾ ਕਰਦੇ ਐ। ਧੰਨ ਗੁਰ ਅਰਜਨ ਦੇਵ ਮਹਾਰਾਜ ਅੱਗੇ ਕੀ ਸਮਝਾ ਰਹੇ ਨੇ? ਮਨਾ ਕਿਤੇ ਸਮਝ ਜਾ। ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। तेरी जिंदगी का समा घट रहा है, तेरी जिंदगी जा रही है। हर रोज दिन घट रहे ने, दिन ते पहर, पहर ते घड़ियां औद घटै, तन सीजै। तेरा तन सिज रहा है। दिन रात करके तेरी जिंदगी का सफर घट रहा है। पर मना तू जेड़े काम वास्ते संसार विच आया वो कर। ਉਹ ਕੰਮ ਗੁਰੂ ਤੋਂ ਬਿਨਾਂ ਨਹੀਂ ਹੋਣਾ। ਪਹਿਲਾਂ ਗੁਰੂ ਧਾਰਨ ਕਰਨਾ ਪਏਗਾ, ਪਹਿਲਾਂ ਪੂਰੇ ਗੁਰੂ ਦੀ ਸੰਗਤ ਵਿੱਚ ਆਣਾ ਪਏਗਾ। ਪੂਰੇ ਗੁਰਾਂ ਦੀ ਸੰਗਤ ਵਿੱਚ ਆ ਕੇ ਹੀ ਜਿਹੜੇ ਕੰਮ ਵਾਸਤੇ ਆਏ ਆ ਉਹ ਕੰਮ ਪੂਰਾ ਹੋ ਸਕਦਾ ਹੈ। ਕਿਹੜੇ ਕੰਮ ਵਾਸਤੇ ਆਏ ਆ ਜੀ? ਸੰਸਾਰ ਅੰਦਰ ਕੀ ਕਰਨ ਵਾਸਤੇ ਆਏ ਆ? ਕਿਤੇ ਮਨ ਵਿੱਚ ਝਾਤੀ ਮਾਰ ਕੇ ਦੇਖੀਏ, ਮਨਾ ਕੀ ਕਰਨ ਆਇਆ ਤੂੰ? ਤੂੰ ਇਹ ਸੰਸਾਰ ਨੂੰ ਦੇਖਣ ਵਾਸਤੇ ਆਇਆ, ਰੰਗ ਤਮਾਸ਼ੇ ਦੇਖਣ ਵਾਸਤੇ ਆਇਆ? ਨਹੀਂ, ਤੂੰ ਇਹ ਸੰਸਾਰ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਮਿਲਣ ਵਾਸਤੇ ਆਇਆ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਅਭੇਦ ਹੋਣ ਵਾਸਤੇ ਆਇਆ। ਤੂੰ ਪਰਮਾਤਮਾ ਨਾਲ ਵਿਛੜਿਆ ਹੋਇਆ ਹੈ, ਤੂੰ ਪਰਮਾਤਮਾ ਨਾਲ ਮਿਲ। ਇੱਕੋ ਹੀ ਇੱਕ ਰਸਤਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਮਿਲਣ ਦਾ। ਹਮੇਸ਼ਾ ਹੀ ਸਤ ਸੰਗਤ ਕਰਦੇ ਰਹੋ। ਭਾਈ ਗੁਰਦਾਸ ਜੀ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਇੱਕ ਦੀ ਸੰਗਤ ਇਹੋ ਜਿਹੀ ਹੈ ਜਿਹੜੀ ਸਾਡੇ ਜੀਵਨ ਨੂੰ ਮੁਕਤ ਕਰ ਸਕਦੀ ਹੈ, ਜਿਹੜੀ ਸਾਡੇ ਭਵ ਸਾਗਰ ਨੂੰ, ਇਹ ਭਵ ਸਾਗਰ ਵਿੱਚੋਂ ਸਾਨੂੰ ਤਾਰ ਸਕਦੀ ਹੈ। ਪਰ ਇੱਕ ਇਹੋ ਜਿਹੀ ਵੀ ਸੰਗਤ ਹੈ ਜਿਨ੍ਹਾਂ ਦੀ ਸੰਗਤ ਕੀਤਿਆਂ ਜਮਾਂ ਦੇ ਮੂੰਹ ਵਿੱਚ ਪੈ ਜਾਈਦਾ ਹੈ। ਜਿਨ੍ਹਾਂ ਦੀ ਸੰਗਤ ਕੀਤਿਆਂ ਜਮਾਂ ਦੇ ਮੂੰਹ ਵਿੱਚ ਪੈ ਜਾਈਦਾ। ਇੱਕ ਸੰਗਤ ਇਹੋ ਜਿਹੀ ਵੀ ਹੈ। ਪਰ ਤੂੰ ਸਤ ਸੰਗਤ ਕਰਿਆ ਕਰ, ਤੂੰ ਰੱਬ ਨਾਲ ਜੁੜਿਆ ਹੋਇਆਂ ਦੀ ਸੰਗਤ ਕਰ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਕੀਤਾ ਉਹਨਾਂ ਦੀ ਸੰਗਤ ਕਰਿਆ ਕਰ। ਕਿਤੇ ਕੋਈ ਪੂਰਾ ਵਿਚੋਲਾ ਮਿਲ ਜਾਏ ਨਾ ਜੁੜਿਆ ਹੋਇਆ, ਗੁਰਮੁਖੋ ਉਹ ਜੋੜ ਦਿੰਦਾ ਹੈ। ਵਿਛੜਿਆਂ ਨੂੰ ਜੋੜਨ ਵਾਸਤੇ ਵਿਚੋਲੇ ਦੀ ਬਹੁਤ ਲੋੜ ਪੈਂਦੀ ਹੈ। ਆਪਣੀ ਜ਼ਿੰਦਗੀ ਅੰਦਰ ਕੋਈ ਵਿਚੋਲਾ ਇਹੋ ਜਿਹਾ ਲੱਭੋ ਜਿਹੜਾ ਸਾਨੂੰ ਵਿਛੜਿਆਂ ਨੂੰ ਪੂਰੇ ਗੁਰੂ ਨਾਲ ਮਿਲਾ ਦੇ, ਜਿਹੜਾ ਪਰਮਾਤਮਾ ਨਾਲ ਜੋੜ ਦੇ। ਧੰਨ ਗੁਰ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਆਪ ਜੀ ਸੁਣ ਰਹੇ ਹੋ। ਮੈਂ ਗੁਰੂ ਜੀ ਦੇ ਇਤਿਹਾਸ ਵਿੱਚੋਂ ਕੁਝ ਚਾਨਣਾ ਪਾਉਣਾ ਹੈ।
ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਦੋ ਗੁਰਸਿੱਖ ਆਏ, ਦੋ ਭਾਈ ਆਏ, ਦੋ ਵੀਰ ਆਏ, ਦੋ ਭਰਾ ਆਏ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਆਉਂਦਾ ਭਾਈ ਸੱਤਾ ਤੇ ਬਲਵੰਡਾ। ਧੰਨ ਗੁਰ ਅਰਜਨ ਦੇਵ ਮਹਾਰਾਜ ਨੂੰ ਸੰਗਤ ਨਮਸਕਾਰ ਕਰ ਰਹੀ ਹੈ, ਬਹੁਤ ਲੰਬੀ ਲਾਈਨ ਲੱਗੀ ਹੈ, ਤੇ ਇਹ ਵੀ ਦੋਵੇਂ ਭਾਈ ਸੰਗਤ ਦੀ ਲਾਈਨ ਵਿੱਚ ਖੜੇ ਐ। ਸੰਗਤ ਨਮਸਕਾਰ ਕਰਕੇ ਜਾ ਰਹੀ ਹੈ। ਜਦੋਂ ਇਹਨਾਂ ਦੀ ਵਾਰੀ ਆਈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਇਹ ਭੁੱਬਾਂ ਮਾਰ ਕੇ ਰੋਣ ਲੱਗ ਗਏ, ਵਿਰਾਗ ਵਿੱਚ ਆ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਕੀ ਹੋਇਆ, ਰੋ ਕਿਉਂ ਰਹੇ ਹੋ? ਇਹ ਦੋਵੇਂ ਭਾਈ ਕਹਿਣ ਲੱਗੇ, ਮਹਾਰਾਜ ਸਾਡੇ ਘਰ ਵਿੱਚ ਗਰੀਬੀ ਬਹੁਤ ਹੈ, ਮਹਾਰਾਜ ਸਾਡੇ ਘਰ ਵਿੱਚ ਦਲਿੱਦਰਤਾ ਬਹੁਤ ਹੈ, ਸਾਡੇ ਵੱਲ ਲੋਕ ਦੇਖ ਕੇ ਹੱਸਦੇ ਐ। ਯਾਦ ਰੱਖਿਓ, ਗਰੀਬੀ ਦਾ ਦੁੱਖ ਉਹਨਾਂ ਨੂੰ ਹੀ ਪਤਾ ਹੋਏਗਾ ਜਿਨ੍ਹਾਂ ਤੇ ਕਿਸੇ ਸਮੇਂ ਗਰੀਬੀ ਆਈ ਹੋਏਗੀ। ਬੜਾ ਔਖਾ ਦੁੱਖ ਹੈ ਗਰੀਬੀ ਦਾ। ਐਵੇਂ ਨਹੀਂ ਭਗਤ ਰਵਿਦਾਸ ਜੀਆਂ ਨੂੰ ਆਪਣੀ ਬਾਣੀ ਵਿੱਚ ਕਹਿਣਾ ਪੈ ਗਿਆ, ਦਾਲਤ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਗਰੀਬੀ ਦੇਖ ਕੇ ਹਰ ਕੋਈ ਹੱਸਦਾ ਹੈ, ਪਰ ਯਾਦ ਰੱਖਿਓ ਕਿਸੇ ਦੀ ਵੀ ਗਰੀਬੀ ਦਾ ਕਦੇ ਵੀ ਮਜ਼ਾਕ ਨਾ ਉਡਾਇਓ। ਦਿਨ ਬਦਲਦੇ ਦੇਰ ਨਹੀਂ ਲੱਗਦੀ। ਰੱਬ ਰਾਜਿਆਂ ਦੇ ਕੋਲੋਂ ਠੂਠੇ ਵੀ ਫੜਾ ਕੇ ਭੀਖ ਵੀ ਮੰਗਾ ਦਿੰਦਾ ਹੈ। ਜੇ ਪਰਮਾਤਮਾ ਚਾਹੇ, ਇੱਕ ਭਿਖਾਰੀ ਜਿਹਨੇ ਹੱਥ ਵਿੱਚ ਠੂਠਾ ਫੜਿਆ ਹੋਇਆ ਹੈ, ਭੀਖ ਮੰਗਦਾ ਹੈ, ਉਹ ਭੀਖ ਮੰਗਣ ਵਾਲੇ ਕੋਲੋਂ ਉਹਨੂੰ ਰਾਜਾ ਵੀ ਬਣਾ ਸਕਦਾ ਦੁਨੀਆ ਦਾ। ਆਖੋ ਸਤਨਾਮ। ਇਹ ਮੈਂ ਨਹੀਂ ਕਹਿ ਰਿਹਾ, ਬਾਣੀ ਦਾ ਫੈਸਲਾ ਹੈ। ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ। ਪਰਮਾਤਮਾ ਭਿਖਾਰੀ ਨੂੰ ਰਾਜਾ ਵੀ ਬਣਾ ਸਕਦਾ ਹੈ, ਤੇ ਦੁਨੀਆ ਦੇ ਰਾਜੇ ਨੂੰ, ਜਿਹਦੀ ਅੰਡਰ ਵਿੱਚ ਪੂਰੀ ਦੁਨੀਆ ਚੱਲਦੀ ਹੋਵੇ, ਜੇ ਪਰਮਾਤਮਾ ਚਾਹੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ। ਰਾਜੇ ਨੂੰ ਭੀਖ ਵੀ ਮੰਗਵਾ ਸਕਦਾ ਹੈ। ਸਦਾ ਹੀ ਪਰਮਾਤਮਾ ਕੋਲੋਂ ਡਰਦੇ ਰਹੋ। ਜੇ ਅੱਜ ਸਾਡੇ ਕੋਲੋਂ 4 ਛਿੱਲੜ ਹੈ ਨਾ, ਜੇ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ, ਅਸੀਂ ਲੋੜਵੰਦ ਦੀ ਲੋੜ ਪੂਰੀ ਨਹੀਂ ਕਰ ਸਕਦੇ, ਤੇ ਉਹਦੇ ਵੱਲ ਦੇਖ ਕੇ ਸਾਨੂੰ ਹੱਸਣਾ ਵੀ ਨਹੀਂ ਚਾਹੀਦਾ। ਇਹ ਦੋਵੇਂ ਭਰਾ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਧੰਨ ਗੁਰ ਅਰਜਨ ਦੇਵ ਮਹਾਰਾਜ ਨੂੰ ਕਹਿ ਰਹੇ ਐ, ਸਤਿਗੁਰੂ ਜੀ ਬੜੀ ਗਰੀਬੀ ਹੈ ਮਹਾਰਾਜ, 2 ਟਾਈਮ ਦਾ ਪ੍ਰਸ਼ਾਦਾ ਮਿਲਣਾ ਜਾਂ ਨਹੀਂ ਮਿਲਣਾ ਇਹ ਕੋਈ ਪਤਾ ਨਹੀਂ ਹੁੰਦਾ। ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਕੰਮ ਕੀ ਕਰਦੇ ਹੋ? ਇਹ ਦੋਵੇਂ ਜਾਣੇ ਕਹਿਣ ਲੱਗੇ, ਮਹਾਰਾਜ ਸਾਨੂੰ ਰਾਗ ਵਿਦਿਆ ਆਉਂਦੀ ਹੈ, ਅਸੀਂ ਗੀਤ ਗਾਉਂਦੇ ਹਾਂ, ਜੋ ਦੁਨੀਆ ਸੁਣਦੀ ਹੈ ਉਹ ਦੁਨੀਆ ਨੂੰ ਸੁਣਾਉਂਦੇ ਹਾਂ। ਮਹਾਰਾਜ ਕਹਿਣ ਲੱਗੇ, ਤੁਹਾਨੂੰ ਰਾਗ ਵਿਦਿਆ ਆਉਂਦੀ ਹੈ, ਗਾਉਣਾ ਆਉਂਦਾ ਹੈ, ਸਾਜ਼ ਵਜਾਉਣੇ ਆਉਂਦੇ ਹੈ, ਫਿਰ ਉਹਨਾਂ ਸਾਜ਼ਾਂ ਦੇ ਨਾਲ ਗੀਤ ਕਿਉਂ ਗਾਉਂਦੇ ਹੋ? ਜੇ ਗੀਤ ਗਾਉਣੇ ਹੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗਾਓ, ਪਰਮਾਤਮਾ ਦੀ ਸਿਫਤ ਸਲਾਹ ਕਰੋ। ਕਹਿਣ ਲੱਗੇ, ਮਹਾਰਾਜ ਜੀ ਰੱਬ ਦੇ ਗੁਣ ਸੁਣੂਗਾ ਕੌਣ ਸਾਡੇ ਕੋਲੋਂ? ਇਹ ਦੁਨੀਆ ਕੂੜ ਸੁਣਨਾ ਚਾਹੁੰਦੀ ਹੈ, ਇਹ ਦੁਨੀਆ ਗੀਤ ਸੁਣਦੀ ਹੈ, ਦੁਨਿਆਵੀ ਗੀਤ ਸੁਣਦੀ ਹੈ। ਮਹਾਰਾਜ ਰੱਬ ਦੇ ਗੀਤ ਕੌਣ ਸੁਣੇਗਾ? ਅਸਲ ਵਿੱਚ ਸੱਚ ਹੈ ਜੀ, ਅੱਜ 2-2 4-4 ਘੰਟੇ ਫੇਸਬੁੱਕ ਤੇ YouTube ਤੇ ਅਸੀਂ ਦੁਨਿਆਵੀ ਗੀਤ ਤਾਂ ਸੁਣ ਸਕਦੇ ਹਾਂ। ਇਹ ਫੇਸਬੁੱਕ ਵਿੱਚ ਅਸੀਂ ਦੁਨਿਆਵੀ ਚੀਜ਼ਾਂ ਤਾਂ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ, ਪਰ ਜਦੋਂ ਰੱਬ ਦੇ ਘਰ ਦੀ ਗੱਲ ਆਉਂਦੀ ਹੈ, ਜਦੋਂ ਕਿਤੇ ਦਰਬਾਰ ਸਾਹਿਬ ਦਾ ਕੀਰਤਨ ਕਿਸੇ ਨੇ ਸ਼ੇਅਰ ਕੀਤਾ ਹੁੰਦਾ ਹੈ, ਜਦੋਂ ਕਿਤੇ ਗੁਰਮਤਿ ਸਮਾਗਮ ਚੱਲਦਾ ਹੈ, ਉਹ ਚੀਜ਼ ਅਸੀਂ ਸ਼ੇਅਰ ਕਰਨੇ ਨੂੰ ਤਿਆਰ ਨਹੀਂ। ਆਖੋ ਸਤਨਾਮ।
ਉਹ ਚੀਜ਼ ਅਸੀਂ ਦੁਨੀਆ ਨਾਲ ਵੰਡਣ ਵਾਸਤੇ ਤਿਆਰ ਨਹੀਂ। ਜੇ ਕਿਤੇ ਕੋਈ ਇਹੋ ਜਿਹੀ ਵੀਡੀਓ ਆ ਜਾਏ ਨਾ ਜਿਹਦੇ ਵਿੱਚ ਕਿਸੇ ਦੀ ਪੱਤ ਲੁੱਟੀ ਜਾਂਦੀ ਹੈ, ਜਿਹਦੇ ਵਿੱਚ ਕਿਸੇ ਨੂੰ ਮਾੜਾ ਕਿਹਾ ਜਾਂਦਾ ਹੈ, ਉਹ ਅਸੀਂ ਝੱਟ ਸ਼ੇਅਰ ਕਰ ਦਿੰਨੇ ਆ। ਉਹ ਅਸੀਂ ਝੱਟ ਆਪਣੇ ਮਿੱਤਰਾਂ ਨੂੰ ਭੇਜ ਦਿੰਨੇ ਆ ਵੀ ਦੇਖੋ ਆਹ ਵੀਡੀਓ ਦੇਖੋ। ਅਸਲ ਵਿੱਚ ਨਾ ਜੀ ਬਾਣੀ ਦਾ ਫੈਸਲਾ ਹੈ। ਮਹਾਰਾਜ ਕਹਿੰਦੇ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਅੱਜ ਸਾਨੂੰ ਰੱਬ ਭੁੱਲ ਗਿਆ, ਅੱਜ ਸਾਨੂੰ ਪਰਮੇਸ਼ਰ ਭੁੱਲ ਗਿਆ ਜੀ। ਅੱਜ ਸਾਨੂੰ ਕੂੜ ਦੇ ਨਾਲ ਪਿਆਰ ਹੈ, ਅੱਜ ਰੱਬ ਨਾਲ ਪਿਆਰ ਨਹੀਂ ਹੈ। ਅੱਜ ਦੁਨਿਆਵੀ ਚੀਜ਼ਾਂ ਦੇ ਨਾਲ ਬੰਦੇ ਨੂੰ ਪਿਆਰ ਹੈ। ਇਹ ਦੋਵੇਂ ਭਰਾ ਕਹਿਣ ਲੱਗੇ ਮਹਾਰਾਜ ਸੁਣੂਗਾ ਕੌਣ ਸਾਡੇ ਕੋਲੋਂ ਕੀਰਤਨ। ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਓਏ ਤੁਸੀਂ ਸਾਡੀ ਸੰਗਤ ਨੂੰ ਸੁਣਾਇਆ ਕਰੋ, ਤੁਸੀਂ ਸਾਡੇ ਦਰਬਾਰ ਵਿੱਚ ਆ ਕੇ ਕੀਰਤਨ ਕਰਿਆ ਕਰੋ, ਅਸੀਂ ਸੁਣਾਂਗੇ ਕੀਰਤਨ। ਜਿਹੜੀ ਰਸਨਾ ਗੁਰੂ ਨਾਨਕ ਦਾ ਕੀਰਤਨ ਸੁਣਦੀ ਹੈ ਉਹ ਰਸਨਾ ਤਾਂ ਧੰਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਰਸਨਾ ਨਾਲ ਗੁਰੂ ਨਾਨਕ ਦੀ ਉਸਤਤ ਹੁੰਦੀ ਹੈ ਉਹ ਰਸਨਾ ਤਾਂ ਧੰਨ ਹੈ। ਧੰਨ ਗੁਰ ਅਰਜਨ ਦੇਵ ਮਹਾਰਾਜ ਨੇ ਆਪਣੇ ਚਰਨਾਂ ਵਿੱਚ ਰੱਖਿਆ ਦੋਵਾਂ ਨੂੰ। ਇਹ ਕੀਰਤਨ ਕਰਦੇ ਆ, ਗੁਰੂ ਨਾਨਕ ਦੀ ਸੰਗਤ ਸੁਣਦੀ ਹੈ। ਧੰਨ ਗੁਰ ਅਰਜਨ ਦੇਵ ਮਹਾਰਾਜ ਸੁਣ ਕੇ ਬੜੇ ਖੁਸ਼ ਹੁੰਦੇ ਐ ਤੇ ਮਹਾਰਾਜ ਮਾਇਆ ਦੇ ਵੀ ਗੱਫੇ ਇਹਨਾਂ ਨੂੰ ਦਿੰਦੇ ਐ। ਬੜੀ ਮਾਇਆ ਦਿੱਤੀ। ਗਰੀਬੀ ਵਾਲੇ ਦਿਨ ਬਦਲਦਿਆਂ ਦੇਰ ਨਹੀਂ ਲੱਗੀ। ਅੱਜ ਕੁਝ ਕੱਲ ਕੁਝ, ਅੱਜ ਇਹਨਾਂ ਦੇ ਦਿਨ ਬੜੇ ਹੀ ਸੁਹਾਵਣੇ ਆ ਗਏ, ਬੜੇ ਚੰਗੇ ਦਿਨ ਆਏ ਐ। ਅੱਜ ਦੋਵੇਂ ਭਰਾ ਸੋਚਦੇ ਥੋੜਾ ਹੈ ਪਰ ਮਹਾਰਾਜ ਇਹਨਾਂ ਨੂੰ ਮਾਇਆ ਦੇ ਵੱਧ ਗੱਫੇ ਦਿੰਦੇ ਆ, ਬੜੀ ਮਾਇਆ ਦਿੰਦੇ ਆ। ਤੇ ਗੁਰੂ ਨਾਨਕ ਦੀ ਸੰਗਤ ਵੀ ਬਹੁਤ ਕਦਰ ਕਰਦੀ ਹੈ। ਜਦੋਂ ਵੀ ਸੱਤਾ ਤੇ ਬਲਵੰਡਾ ਜੀ ਨੂੰ ਦੇਖਦੀ ਹੈ ਇਹਨਾਂ ਅੱਗੇ ਸਿਰ ਝੁਕਾ ਦਿੰਦੀ ਹੈ। ਕਿਉਂ? ਕਿਉਂਕਿ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਗਾਉਂਦੇ ਆ। ਇਹ ਆਪਣੀ ਰਚਨਾ ਦੇ ਨਾਲ ਗੁਰੂ ਦਾ ਕੀਰਤਨ ਕਰਦੇ ਆ। ਅੱਜ ਕੀ ਹੋਇਆ? ਧੰਨ ਗੁਰ ਅਰਜਨ ਦੇਵ ਮਹਾਰਾਜ ਜੀ, ਗੁਰੂ ਜੀ ਦਾ ਜੀਵਨ ਇਹੋ ਜਿਹਾ ਹੈ ਜੀ। ਮਹਾਰਾਜ ਦਾ ਜੀਵਨ ਬਚਪਨ ਤੋਂ ਹੀ ਇਹੋ ਜਿਹਾ ਹੈ। ਮਹਾਰਾਜ ਜੀਆਂ ਨੂੰ ਕਿਹਨੇ ਤੜਫਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬੜਿਆਂ ਨੇ ਕਸ਼ਟ ਦਿੱਤੇ। ਇੱਥੇ ਘਰ ਵਿੱਚ ਹੀ ਬਾਬਾ ਪਿਰਥੀ ਚੰਦ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ, ਇਹਨਾਂ ਨੇ ਵੀ ਬੜਾ ਤੜਫਾਇਆ। ਇਤਿਹਾਸ ਵਿੱਚ ਆਉਂਦਾ ਹੈ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਗਏ ਨਾ ਸਰੀਰ ਕਰਕੇ, ਕਹਿੰਦੇ ਬਾਬਾ ਬੁੱਢਾ ਜੀ ਨੇ 2 ਦਸਤਾਰਾਂ ਇੱਕ ਭਾਈ ਪਿਰਥੀ ਚੰਦ ਜੀ ਦੇ ਸਿਰ ਤੇ ਰੱਖੀ ਵੇ ਤੁਸੀਂ ਪਰਿਵਾਰ ਵਿੱਚੋਂ ਵੱਡੇ ਹੋ, ਪਰਿਵਾਰ ਦੀ ਦੇਖਭਾਲ ਤੁਸੀਂ ਕਰਨੀ ਹੈ। ਤੇ ਇੱਕ ਗੁਰਗੱਦੀ ਦੀ ਦਸਤਾਰ, ਗੁਰਗੱਦੀ ਦੀ ਪੱਗ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਸਿਰ ਤੇ ਰੱਖੀ। ਇਤਿਹਾਸ ਦੱਸਦਾ ਹੈ ਵੇ ਬਾਬਾ ਪਿਰਥੀ ਚੰਦ ਜੀ ਨੇ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਸਿਰ ਤੋਂ ਗੁਰਗੱਦੀ ਦੀ ਦਸਤਾਰ ਖਿੱਚ ਲਈ ਸੀ। ਆਖੋ ਸਤਨਾਮ। ਵੇ ਮੈਂ ਪਰਿਵਾਰ ਵਿੱਚੋਂ ਵੱਡਾ ਹਾਂ, ਦਸਤਾਰ ਮੈਨੂੰ ਮਿਲਣੀ ਚਾਹੀਦੀ ਹੈ। ਪਰ ਧੰਨ ਗੁਰ ਅਰਜਨ ਦੇਵ ਮਹਾਰਾਜ ਐਵੇਂ ਥੋੜੀ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਸੰਗਤ ਜੀ ਕੋਈ ਗੱਲ ਨਹੀਂ ਹੈ, ਸਾਡਾ ਵੱਡਾ ਭਰਾ ਹੈ, ਜੇ ਪੱਗ ਲੈ ਗਏ ਕੋਈ ਗੱਲ ਨਹੀਂ, ਲੈ ਜਾਣ ਦਿਓ। ਤੇ ਇਹ ਸੱਤਾ ਬਲਵੰਡਾ ਜੀ ਦੇ ਦਿਨ ਵੀ ਬਦਲ ਗਏ। ਅੱਜ ਬਾਬੇ ਪਿਰਥੀ ਚੰਦ ਨੇ ਸੱਤੇ ਬਲਵੰਡੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਹ ਸੱਤਿਆ, ਉਹ ਭਾਈ ਬਲਵੰਡਿਆ, ਤੁਸੀਂ ਇੰਨਾ ਵਧੀਆ ਕੀਰਤਨ ਕਰਦੇ ਹੋ, ਤੁਹਾਨੂੰ ਕੋਈ ਗੁਰੂ ਅਰਜਨ ਦੇਵ ਮਾਇਆ ਵੀ ਦਿੰਦਾ ਹੈ? ਇਹ ਦੋਵੇਂ ਕਹਿਣ ਲੱਗੇ ਜੀ ਬੜੀ ਮਾਇਆ ਦਿੰਦੇ ਆ, ਬੜੀ ਬਖਸ਼ਿਸ਼ ਹੈ। ਹਜੇ ਸੋਚੀ ਦਾ ਬਾਅਦ ਵਿੱਚ ਆ ਗੁਰੂ ਸਾਹਿਬ ਪਹਿਲੇ ਹੀ ਮਾਇਆ ਦੇ ਗੱਫੇ ਦੇ ਦਿੰਦੇ ਆ। ਬਾਬਾ ਪਿਰਥੀ ਚੰਦ ਜੀ ਫੇਰ ਕਹਿਣ ਲੱਗੇ ਨਹੀਂ,
ਤੁਸੀਂ ਕੀਰਤਨ ਬਹੁਤ ਵਧੀਆ ਕਰਦੇ ਹੋ, ਤੁਹਾਡਾ ਗਲਾ ਬੜਾ ਰਸੀਲਾ ਹੈ, ਤੁਸੀਂ ਸਾਜ਼ ਵੀ ਵਧੀਆ ਵਜਾਉਂਦੇ ਹੋ, ਪਰ ਜਿੰਨੀ ਮਾਇਆ ਚਾਹੀਦੀ ਹੈ ਉਨੀ ਤੁਹਾਨੂੰ ਗੁਰੂ ਅਰਜਨ ਦਿੰਦਾ ਨਹੀਂ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਨੀ ਤੁਹਾਨੂੰ ਦਿੰਦੇ ਨਹੀਂ। ਇਹਨਾਂ ਦੇ ਮਨ ਵਿੱਚ ਆਇਆ ਵੀ ਗੱਲ ਤਾਂ ਸੱਚੀ ਹੈ, ਤੇ ਬਾਬਾ ਪਿਰਥੀ ਚੰਦ ਕਹਿਣ ਲੱਗੇ ਤੁਹਾਡੀ ਖਾਤਰ ਹੀ ਗੁਰੂ ਨੂੰ ਨਮਸਕਾਰਾਂ ਹੁੰਦੀਆਂ। ਜੇ ਤੁਸੀਂ ਕੀਰਤਨ ਨਾ ਕਰੋ, ਧੰਨ ਗੁਰ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਕੌਣ ਆਵੇ, ਕਿਹੜੀ ਸੰਗਤ ਆਵੇ? ਤੁਸੀਂ ਕੀਰਤਨ ਕਰਦੇ ਹੋ ਤਾਂ ਹੀ ਸੰਗਤ ਆਉਂਦੀ ਹੈ। ਯਾਦ ਰੱਖਿਓ ਜੀ, ਹਰ ਟਾਈਮ ਆਪਣੇ ਪੁਰਾਣੇ ਦਿਨ ਯਾਦ ਰੱਖਿਓ। ਕਦੇ ਵੀ ਆਪਣੇ ਪੁਰਾਣੇ ਦਿਨ ਨਾ ਭੁੱਲਿਓ। ਜਿਹੜਾ ਬੰਦਾ ਆਪਣੇ ਪੁਰਾਣੇ ਦਿਨ ਭੁੱਲ ਜਾਂਦਾ ਹੈ, ਚਾਰ ਛਿਲੜਾਂ ਦੀ ਕਿਹੜੀ ਗੱਲ ਹੈ, ਪੁਰਾਣੇ ਦਿਨ ਭੁੱਲ ਕੇ ਮੂੰਹ ਭਾਰ ਹੀ ਡਿੱਗਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਣੀ ਔਕਾਤ ਹਮੇਸ਼ਾ ਯਾਦ ਰੱਖੀਏ ਵੀ ਅਸੀਂ ਕੌਣ ਆ। ਜੇ ਪਹਿਲਾਂ ਗਰੀਬੀ ਸੀ, ਅੱਜ ਅਮੀਰੀ ਆ ਗਈ, ਚਾਰ ਪੈਸੇ ਕੋਲ ਹੈ, ਹਮੇਸ਼ਾ ਯਾਦ ਰੱਖ ਵੀ ਤੇਰੇ ਤੇ ਕਿਸੇ ਸਮੇਂ ਗਰੀਬੀ ਵੀ ਸੀ, ਇੱਕ ਟਾਈਮ ਦਾ ਪ੍ਰਸ਼ਾਦਾ ਵੀ ਛਕਣ ਨੂੰ ਨਹੀਂ ਸੀ ਮਿਲਦਾ। ਅੱਜ ਇਹ ਦੋਵਾਂ ਪਰਿਵਾਰਾਂ ਦਾ, ਅੱਜ ਇਹ ਦੋਵੇਂ ਭਾਈਆਂ ਦਾ ਦਿਮਾਗ ਬਦਲੀ ਹੋ ਗਿਆ, ਮਨ ਬਦਲੀ ਹੋ ਗਿਆ ਵੇ ਖਰੇ ਸੱਚੀ ਗੁਰੂ ਨੂੰ ਸਾਡੀ ਖਾਤਰ ਹੀ ਸੰਗਤ ਨਮਸਕਾਰਾਂ ਕਰਦੀ ਹੈ। ਇਹ ਦੋਵੇਂ ਜਾਣੇ ਘਰ ਗਏ, ਘਰ ਵਿੱਚ ਮਨ ਹੀ ਮਨ ਸੋਚਦੇ ਐ ਵੀ ਆਪਾਂ ਗੁਰੂ ਸਾਹਿਬ ਜੀ ਦੇ ਜਾ ਕੇ ਬੇਨਤੀ ਕਰਨੀ ਹੈ ਵੀ ਸਾਡੀ ਧੀ ਦਾ ਵਿਆਹ ਹੈ, ਮਹਾਰਾਜ ਇੱਕ ਦਿਨ ਦੀ ਪੂਰੀ ਮਾਇਆ ਸਾਨੂੰ ਦੇ ਦਿਓ। ਧੰਨ ਗੁਰ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਦੂਜੇ ਦਿਨ ਆਏ। ਧੰਨ ਗੁਰ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਹਾਨੂੰ ਬੇਨਤੀ ਕਰਨੀ ਹੈ। ਮਹਾਰਾਜ ਕਹਿਣ ਲੱਗੇ, ਕਰੋ ਭਾਈ। ਕਹਿਣ ਲੱਗੇ, ਮਹਾਰਾਜ ਸਾਡੀ ਧੀ ਦਾ ਵਿਆਹ ਹੈ, ਪਰ ਸਤਿਗੁਰੂ ਜੀ ਬੇਨਤੀ ਇਹ ਹੈ ਬਈ ਅਸੀਂ ਇੱਕ ਦਿਨ ਦੀ ਪੂਰੀ ਮਾਇਆ ਜਿੰਨਾ ਚੜਾਵਾ ਚੜੇਗਾ ਮਹਾਰਾਜ, ਉਹ ਅਸੀਂ ਲੈ ਕੇ ਜਾਣਾ ਹੈ। ਮਹਾਰਾਜ ਕਹਿਣ ਲੱਗੇ, ਬੜੀ ਖੁਸ਼ੀ ਵਾਲੀ ਗੱਲ ਹੈ ਭਾਈ, ਤੁਹਾਡੀ ਧੀ ਦਾ ਵਿਆਹ ਹੈ, ਤੁਹਾਡੀ ਧੀ ਸਾਡੀ ਧੀ ਹੈ, ਅਸੀਂ ਤੁਹਾਡੀ ਧੀ ਦਾ ਵਿਆਹ ਕਰਾਂਗੇ। ਕਹਿਣ ਲੱਗੇ, ਨਹੀਂ ਮਹਾਰਾਜ ਸਾਨੂੰ ਤਾਂ ਇੱਕ ਦਿਨ ਦਾ ਪੂਰਾ ਚੜਾਵਾ ਚਾਹੀਦਾ ਹੈ, ਇੱਕ ਦਿਨ ਦੀ ਪੂਰੀ ਮਾਇਆ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਸੋਚ ਲਓ, ਮਾਇਆ ਘੱਟ ਵੀ ਚੜ ਸਕਦੀ ਹੈ। ਕਹਿਣ ਲੱਗੇ, ਨਹੀਂ ਜੀ ਤੁਹਾਡੇ ਚਰਨਾਂ 'ਚ ਇੰਨੀ ਸੰਗਤ ਆਉਂਦੀ ਹੈ, ਐਡਾ ਐਡਾ ਢੇਰ ਲੱਗ ਜਾਂਦਾ ਤੁਹਾਡੇ ਚਰਨਾਂ ਵਿੱਚ, ਇੰਨੀ ਮਾਇਆ ਚੜ੍ਹਦੀ ਹੈ, ਫਿਰ ਮਾਇਆ ਕਿਵੇਂ ਘੱਟ ਚੜੇਗੀ? ਧੰਨ ਗੁਰ ਅਰਜਨ ਦੇਵ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਚਲੋ ਜਿੱਦਾਂ ਤੁਹਾਡੀ ਮਰਜ਼ੀ ਭਾਈ, ਲੈ ਜਿਓ ਚੜਾਵਾ, ਕੋਈ ਗੱਲ ਨਹੀਂ। ਪਰ ਮਹਾਰਾਜ ਕਹਿਣ ਲੱਗੇ, ਇਹ ਤਾਂ ਦੱਸ ਦਿਓ ਵੀ ਕਿਹੜੇ ਦਿਨ ਦਾ ਚੜਾਵਾ ਲੈਣਾ ਹੈ। ਇਹ ਕਹਿਣ ਲੱਗੇ, ਮਹਾਰਾਜ ਜੀ ਵਿਸਾਖ ਦਾ ਮਹੀਨਾ ਅੱਗੇ ਆ ਰਿਹਾ ਹੈ, ਵਿਸਾਖੀ ਦਾ ਦਿਹਾੜਾ ਅੱਗੇ ਆ ਰਿਹਾ ਹੈ, ਮਹਾਰਾਜ ਵਿਸਾਖੀ ਵਾਲੇ ਦਿਨ ਦਾ ਸਾਰਾ ਹੀ ਚੜਾਵਾ ਸਾਨੂੰ ਦੇ ਦਿਓ। ਆਖੋ ਸਤਨਾਮ। ਮਨ ਵਿੱਚ ਲਾਲਚ ਹੈ ਨਾ, ਐਵੇਂ ਨਹੀਂ ਸਿਆਣਿਆਂ ਨੇ ਕਿਹਾ ਵੀ ਲਾਲਚ ਬੁਰੀ ਬਲਾ ਹੈ। ਘਰ ਵਿੱਚ ਕੁੱਤਾ ਰੱਖਿਆ ਹੋਵੇ ਨਾ, ਉਹ ਕੁੱਤਾ ਪਹਿਲਾਂ ਘਰਦਿਆਂ ਨੂੰ ਨਹੀਂ ਵੱਢਦਾ, ਕਿਉਂਕਿ ਉਹ ਪਾਲਤੂ ਕੁੱਤਾ ਹੈ, ਉਹਨੂੰ ਕਦਰ ਹੁੰਦੀ ਆਪਣੇ ਮਾਲਕ ਦੀ। ਪਰ ਜਦੋਂ ਕੁੱਤਾ ਹਲਕ ਜਾਏ ਫਿਰ ਦੂਜਿਆਂ ਨੂੰ ਤਾਂ ਬਾਅਦ 'ਚ ਵੱਢਦਾ ਹੈ, ਪਹਿਲਾਂ ਆਪਣੇ ਘਰਦਿਆਂ ਨੂੰ ਵੱਢਦਾ ਹੈ। ਮਹਾਰਾਜ ਨੇ ਬਾਣੀ ਵਿੱਚ ਲਾਲਚੀ ਬੰਦੇ ਨੂੰ ਕੁੱਤੇ ਨਾਲ ਤੁਲਨਾ ਕੀਤੀ ਹੈ। ਮਹਾਰਾਜ ਨੇ ਕੁੱਤੇ ਨਾਲ ਤੁਲਨਾ ਕੀਤੀ ਹੈ। ਮਹਾਰਾਜ ਕਹਿੰਦੇ ਕੁੱਤਾ ਇਹੋ ਜਿਹਾ ਹੈ, ਜੇ ਇਹਨੂੰ ਹਲਕ ਦਾ ਲਾਲਚ ਚੜ ਜਾਏ, ਪਹਿਲਾਂ ਤਾਂ ਆਪਣੇ ਘਰਦਿਆਂ ਦੀ ਕਦਰ ਕਰਦਾ ਹੈ, ਭਾਈ ਨੂੰ ਵੀ ਪਿਆਰ ਕਰਦਾ, ਭੈਣਾਂ ਨੂੰ ਵੀ ਪਿਆਰ ਕਰਦਾ ਹੈ। ਜਦੋਂ ਹਲਕ ਦਾ ਲਾਲਚ ਚੜ ਜਾਏ, ਜਦੋਂ ਹਲਕ ਜਾਏ,
ਫਿਰ ਸਭ ਤੋਂ ਪਹਿਲਾਂ ਆਪਣੇ ਭਰਾ ਨੂੰ ਹੀ ਵੱਢਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਪਣੇ ਭਾਈ ਨੂੰ ਵੱਢਦਾ, ਕਹਿੰਦਾ ਜਿਹੜਾ ਮੇਰੇ ਭਰਾ ਦੇ ਕੋਲ ਆ ਸਾਰਾ ਮੇਰੇ ਕੋਲ ਹੀ ਆ ਜਾਏ। ਲਾਲਚੀ ਬੰਦੇ ਦੀ ਇਹ ਦਿਸ਼ਾ ਹੁੰਦੀ ਹੈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਵਿਸਾਖ ਦਾ ਪੂਰਾ ਚੜਾਵਾ ਭਾਈ ਤੁਸੀਂ ਲੈ ਲਿਓ। ਕਹਿਣ ਲੱਗੇ ਮਹਾਰਾਜ ਸਤ ਬਚਨ। ਵਿਸਾਖੀ ਦਾ ਦਿਨ ਆਇਆ, ਬੜੇ ਤਿਆਰ ਹੋ ਕੇ ਆਏ, ਬੜੇ ਠਾਠ ਬਾਠ ਦੇ ਨਾਲ ਆਏ। ਆ ਕੇ ਬੜੀਆਂ ਹੇਕਾਂ ਲਾ ਰਹੇ ਆ, ਬੜੇ ਰਾਗ ਗਾ ਰਹੇ ਆ ਬਈ ਅੱਜ ਦਾ ਚੜਾਵਾ ਸਾਰਾ ਹੀ ਸਾਨੂੰ ਮਿਲੇਗਾ। ਬੜੇ ਉੱਚੀ ਉੱਚੀ ਹੇਕਾਂ ਲਾ ਲਾ ਕੇ ਗਾ ਰਹੇ ਆ। ਪਰ ਅੱਜ ਕੁਦਰਤ ਦਾ ਭਾਣਾ ਕੀ ਵਰਤਿਆ। ਅੱਜ ਧੰਨ ਗੁਰ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਨੇ ਬਹੁਤ ਘੱਟ ਚੜਾਵਾ ਚੜਾਇਆ। ਇਤਿਹਾਸ ਦੱਸਦਾ ਹੈ ਬਈ 100% ਚੜਿਆ ਸੀ ਗੁਰੂ ਸਾਹਿਬ ਦੇ ਚਰਨਾਂ 'ਚ। ਇਹ ਮਨ ਹੀ ਮਨ ਸੋਚ ਰਹੇ ਐ ਵੀ ਅੱਜ ਤਾਂ ਬੜੀਆਂ ਹੇਕਾਂ ਲਾਈਆਂ, ਚੜਾਵਾ ਕਿਉਂ ਨਹੀਂ ਚੜਿਆ। ਜਦੋਂ ਕੀਰਤਨ ਦੀ ਸਮਾਪਤੀ ਕੀਤੀ, ਧੰਨ ਗੁਰ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਅੱਗੇ ਇੰਨਾ ਚੜਾਵਾ ਚੜਦਾ ਹੈ, ਅੱਗੇ ਐਨੀ ਮਾਇਆ ਚੜਦੀ ਹੈ, ਅੱਜ ਕੀ ਗੱਲ, ਅੱਜ ਤੁਸੀਂ ਸੰਗਤ ਨੂੰ ਕੁਝ ਸਿਖਾਇਆ ਹੈ। ਮਹਾਰਾਜ ਤੁਸੀਂ ਸੰਗਤ ਨੂੰ ਕਿਹਾ ਹੋਣਾ ਹੈ ਵੀ ਅੱਜ ਦਾ ਚੜਾਵਾ ਸੱਤਾ ਤੇ ਬਲਵੰਡ ਨੇ ਲੈ ਕੇ ਜਾਣਾ ਹੈ, ਸੰਗਤ ਜੀ ਚੜਾਵਾ ਨਾ ਚੜਾਇਓ। ਮਹਾਰਾਜ ਹੱਸ ਕੇ ਕਹਿਣ ਲੱਗੇ ਭਾਈ ਸਤਿਆ ਅਸੀਂ ਕਿਉਂ ਸੰਗਤ ਨੂੰ ਕਹਿਣਾ ਹੈ, ਅਸੀਂ ਕਿਉਂ ਸੰਗਤ ਨੂੰ ਕਹਿਣਾ, ਅਸੀਂ ਕਿਉਂ ਸਿਖਾਣਾ ਹੈ ਵੀ ਅੱਜ ਨਾ ਚੜਾਵਾ ਚੜਾਇਓ। ਇਹ ਤਾਂ ਤੁਹਾਡੀ ਕਿਸਮਤ ਹੈ, ਜਿੰਨਾ ਕਿਸਮਤ ਵਿੱਚ ਲਿਖਿਆ ਉਨਾ ਮਿਲ ਗਿਆ। ਕਹਿਣ ਲੱਗੇ ਨਹੀਂ ਮਹਾਰਾਜ ਤੁਸੀਂ ਸਾਡੇ ਨਾਲ ਨਾ ਇਨਸਾਫੀ ਕੀਤੀ ਹੈ, ਸਾਡੇ ਨਾਲ ਚਲਾਕੀ ਕੀਤੀ ਹੈ, ਅਸੀਂ ਨਹੀਂ ਤੁਹਾਡਾ ਕੀਰਤਨ ਕਰਨਾ। ਮਹਾਰਾਜ ਨੂੰ ਕਬੂਲ ਬੋਲ ਕੇ ਆਪਣੇ ਘਰ ਨੂੰ ਚਲੇ ਗਏ। ਅੱਜ ਦਾ ਦਿਨ ਬੀਤਿਆ। ਜਦੋਂ ਕੱਲ ਦੀ ਸਵੇਰ ਹੋਈ ਤੇ ਇਹ ਦੋਵੇਂ ਭਰਾ ਮਹਾਰਾਜ ਦੀ ਸੰਗਤ ਵਿੱਚ ਨਾ ਆਏ, ਕੀਰਤਨ ਕਰਨ ਵਾਸਤੇ ਨਾ ਆਏ। ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਕੀਰਤਨੀਏ ਨਹੀਂ ਆਏ। ਤੇ ਸੰਗਤ ਨੇ ਆਖਿਆ ਮਹਾਰਾਜ ਉਹ ਤੁਹਾਡੇ ਨਾਲੋਂ ਗੁੱਸੇ ਹੈ ਤਾਂ ਕਰਕੇ ਨਹੀਂ ਆਏ। ਮਹਾਰਾਜ ਕਹਿਣ ਲੱਗੇ ਆਪਣੇ ਗੁੱਸੇ ਕਿਵੇਂ ਹੋ ਗਏ, ਜਾਓ ਜਾ ਕੇ ਮਨਾ ਕੇ ਲੈ ਕੇ ਆਓ। ਸੰਗਤ ਨੂੰ ਭੇਜਿਆ, ਸੰਗਤ ਗਈ, ਜਾ ਕੇ ਸੱਤਾ ਬਲਵੰਡਾ ਜੀ ਦੇ ਘਰ ਦਾ ਦਰਵਾਜ਼ਾ ਖੜਕਟਾਇਆ। ਸੱਤਿਆ ਬਲਵੰਡਿਆ ਭਾਈ ਦਰਵਾਜ਼ਾ ਖੋਲ। ਧੰਨ ਗੁਰ ਅਰਜਨ ਦੇਵ ਮਹਾਰਾਜ ਨੇ ਆਖਿਆ ਆਓ ਆ ਕੇ ਕੀਰਤਨ ਕਰੋ। ਇਹਨਾਂ ਨੇ ਦਰਵਾਜ਼ਾ ਨਾ ਖੋਲਿਆ, ਭੁੱਲ ਗਏ ਬਈ ਅਸੀਂ ਪਹਿਲਾਂ ਕੀ ਸੀ। ਜੇ ਗੁਰੂ ਦੀ ਸ਼ਰਨ ਵਿੱਚ ਗਏ ਸੀ, ਮਹਾਰਾਜ ਨੇ ਗਰੀਬੀ ਕੱਟ ਦਿੱਤੀ ਸਾਡੀ। ਜੇ ਅੱਜ ਆ ਚੰਗੇ ਦਿਨ ਆਏ ਐ, ਇਹ ਗੁਰੂ ਦੀ ਸ਼ਰਨ ਵਿੱਚ ਗਿਆ ਹੀ ਆਏ ਐ, ਭੁੱਲ ਗਏ। ਸੰਗਤ ਆਈ, ਕਹਿਣ ਲੱਗੀ ਮਹਾਰਾਜ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ। ਮਹਾਰਾਜ ਜੀ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਭੇਜਿਆ, ਬਾਬਾ ਜੀ ਤੁਸੀਂ ਜਾਓ ਜਾ ਕੇ ਮਨਾ ਕੇ ਲੈ ਕੇ ਆਓ। ਬਾਬਾ ਬੁੱਢਾ ਜੀ ਗਏ, ਜਾ ਕੇ ਦਰਵਾਜ਼ਾ ਖੜਕਟਾਇਆ। ਭਾਈ ਬਲਵੰਡ ਜੀ ਐ ਗੁਰੂ ਦੇ ਕੀਰਤਨੀਓ ਆਓ ਆ ਕੇ ਕੀਰਤਨ ਕਰੋ, ਤੁਹਾਨੂੰ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਸੱਦ ਰਹੇ ਐ। ਗੁਰ ਅਰਜਨ ਦੇਵ ਮਹਾਰਾਜ ਨੇ ਖੁਦ ਬੁਲਾਵਾ ਭੇਜਿਆ। ਅੱਗੋਂ ਇਹਨਾਂ ਨੇ ਇਹੋ ਜਿਹੇ ਬੋਲ ਬੋਲੇ, ਕਹਿੰਦੇ ਤੁਹਾਡੇ ਗੁਰੂ ਦਾ ਸਾਡੇ ਤੋਂ ਬਿਨਾਂ ਸਰਦਾ ਨਹੀਂ। ਆਖੋ ਸਤਨਾਮ। ਤੁਹਾਡੇ ਗੁਰੂ ਦਾ ਸਰ ਨਹੀਂ ਰਿਹਾ ਸਾਡੇ ਤੋਂ ਬਿਨਾਂ। ਬਾਬਾ ਬੁੱਢਾ ਜੀ ਵਾਪਸ ਆ ਗਏ। ਆ ਕੇ ਧੰਨ ਗੁਰ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਉਹ ਨਹੀਂ ਮੰਨਦੇ। ਉਹ ਕਹਿਣ ਲੱਗੇ ਤੁਹਾਡੇ ਗੁਰੂ ਦਾ ਸਰਦਾ ਨਹੀਂ ਹੈ। ਦੇਖੋ ਸ਼ਾਂਤੀ ਦੇ ਪੁੰਜ, ਕਿੰਨੀ ਨਿਮਰਤਾ ਵਾਲੇ ਧੰਨ ਗੁਰ ਅਰਜਨ ਦੇਵ ਮਹਾਰਾਜ। ਐਵੇਂ ਨਹੀਂ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ।
ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬਾਬਾ ਜੀ ਕੋਈ ਗੱਲ ਨਹੀਂ, ਆਪਣੇ ਐ, ਆਪਣਿਆਂ ਨੂੰ ਅਸੀਂ ਖੁਦ ਮਨਾ ਕੇ ਲੈ ਕੇ ਆਵਾਂਗੇ, ਅਸੀਂ ਖੁਦ ਜਾਵਾਂਗੇ। ਧੰਨ ਗੁਰ ਅਰਜਨ ਦੇਵ ਮਹਾਰਾਜ ਖੁਦ ਗਏ, ਨਾਲ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਸੰਗਤਾਂ ਵੀ ਗਈਆਂ। ਮਹਾਰਾਜ ਨੇ ਜਾ ਕੇ ਸੱਤੇ ਬਲਵੰਡੇ ਦਾ ਘਰ ਦਾ ਦਰਵਾਜ਼ਾ ਖੜਕਟਾਇਆ। ਓਏ ਸੱਤਿਆ, ਭਾਈ ਬਲਵੰਡ ਖੋਲ ਦਰਵਾਜ਼ਾ। ਇਹਨਾਂ ਨੇ ਦਰਵਾਜ਼ਾ ਖੋਲਿਆ। ਕਹਿਣ ਲੱਗੇ, ਹਾਂਜੀ ਮਹਾਰਾਜ ਦੱਸੋ। ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਚਲੋ ਭਾਈ ਆਓ, ਆ ਕੇ ਕੀਰਤਨ ਕਰੋ, ਸੰਗਤਾਂ ਤੁਹਾਨੂੰ ਉਡੀਕ ਰਹੀਆਂ, ਗੁਰੂ ਨਾਨਕ ਦੀ ਉਸਤਤ ਕਰੋ। ਇਹ ਕਹਿਣ ਲੱਗੇ, ਮਹਾਰਾਜ ਕੀ ਗੱਲ, ਹੁਣ ਸਰਦਾ ਨਹੀਂ ਸਾਡੇ ਤੋਂ ਬਿਨਾ? ਜਦੋਂ ਅਸੀਂ ਉਸ ਦਿਨ ਆਖਿਆ ਸੀ ਪੂਰੀ ਮਾਇਆ ਲੈਣੀ ਹੈ, ਤੁਸੀਂ ਸੰਗਤ ਨੂੰ ਸਿਖਾ ਦਿੱਤਾ, ਭਾਈ ਮਾਇਆ ਨਾ ਦਿਓ। ਮਹਾਰਾਜ ਕਹਿਣ ਲੱਗੇ, ਨਹੀਂ ਨਹੀਂ, ਅਸੀਂ ਨਹੀਂ ਸਿਖਾਇਆ, ਅਸੀਂ ਕੁਝ ਨਹੀਂ ਸੰਗਤ ਨੂੰ ਆਖਿਆ, ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਯਾਦ ਕਰਕੇ ਕਹਿੰਦੇ ਆ, ਅਸੀਂ ਨਹੀਂ ਸੰਗਤ ਨੂੰ ਆਖਿਆ ਸੀ। ਕਹਿਣ ਲੱਗੇ, ਮਹਾਰਾਜ ਸਾਡੀ ਖਾਤਰ ਨਮਸਕਾਰਾਂ ਕਰਦੀ ਹੈ, ਜੇ ਅਸੀਂ ਕੀਰਤਨ ਨਾ ਕਰੀਏ ਤੁਹਾਨੂੰ ਨਮਸਕਾਰ ਕੌਣ ਕਰੇ? ਮਹਾਰਾਜ ਕਹਿਣ ਲੱਗੇ, ਚਲੋ ਭਾਈ ਇਸੇ ਤਰ੍ਹਾਂ ਹੀ ਹੈ, ਜੇ ਤੁਸੀਂ ਕੀਰਤਨ ਕਰਦੇ ਹੋ ਤਾਂ ਹੀ ਸਾਨੂੰ ਨਮਸਕਾਰਾਂ ਹੁੰਦੀਆਂ, ਚਲੋ ਆਓ, ਆ ਕੇ ਕੀਰਤਨ ਕਰੋ। ਕਹਿਣ ਲੱਗੇ, ਨਹੀਂ ਮਹਾਰਾਜ ਅਸੀਂ ਕੀਰਤਨ ਨਹੀਂ ਕਰਨਾ। ਬੜੇ ਕਬੋਲ ਬੋਲੇ। ਜਦੋਂ ਭਾਈ ਸੱਤੇ ਬਲਵੰਡੇ ਨੇ ਇਹ ਆਖਿਆ ਨਾ, ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਕਦਰ ਵੀ ਤਾਂ ਹੀ ਸੀ ਕਿਉਂਕਿ ਸਾਡੇ ਮਰਾਸੀਆਂ ਦਾ ਭਾਈ ਮਰਦਾਨਾ ਉਹਨਾਂ ਦੇ ਨਾਲ ਕੀਰਤਨ ਕਰਦਾ ਸੀ। ਜੇ ਭਾਈ ਮਰਦਾਨਾ ਕੀਰਤਨ ਨਾ ਕਰਦਾ ਹੁੰਦਾ ਤਾਂ ਤੁਹਾਡੇ ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗਿਆ ਏ, ਸਤਿਆ ਉਹ ਭਾਈ ਬਲਵੰਡਿਆ, ਤੂੰ ਸਾਨੂੰ ਕਿੰਨਾ ਕੁਝ ਬੋਲਿਆ, ਅਸੀਂ ਜਰ ਲਿਆ, ਤੂੰ ਸਾਨੂੰ ਹੋਰ ਵੀ ਬੋਲ ਲੈਂਦਾ, ਅਸੀਂ ਉਹ ਵੀ ਜਰ ਲੈਣਾ ਸੀ। ਤੂੰ ਵੱਡੇ ਸਤਿਗੁਰੂ ਜੀਆਂ ਦਾ ਨਿਰਾਦਰ ਕੀਤਾ ਹੈ, ਤੂੰ ਵੱਡੇ ਸਤਿਗੁਰੂ ਜੀਆਂ ਨੂੰ ਕਬੂਲ ਬੋਲੇ ਐ। ਓਏ ਤੁਸੀਂ ਫਿੱਟ ਗਏ ਹੋ, ਯਾਦ ਰੱਖਿਓ ਤੁਹਾਡੇ ਸਰੀਰ ਤੇ ਕੋੜ ਚੱਲੇਗਾ। ਜਿਹੜੀ ਮੂੰਹ ਦੇ ਨਾਲ ਗੁਰੂ ਨਾਨਕ ਦੀ ਤੁਸੀਂ ਨਿੰਦਿਆ ਕੀਤੀ ਹੈ, ਉਹ ਜਿਹੜੀ ਰਸਨਾ ਗੁਰੂ ਨਾਨਕ ਦੀ ਨਿੰਦਿਆ ਕਰਦੀ ਹੈ, ਉਹ ਰਸਨਾ ਵਿੱਚ ਤਾਂ ਕੀੜੇ ਚੱਲਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਯਾਦ ਰੱਖਿਓ, ਹੁਣ ਤੁਸੀਂ ਸਾਡੇ ਚਰਨਾਂ ਵਿੱਚ ਆਓਗੇ, ਤੁਹਾਨੂੰ ਬਖਸ਼ਾਂਗੇ ਨਹੀਂ। ਜਿਹੜਾ ਤੁਹਾਨੂੰ ਬਖਸ਼ਾਣ ਵਾਸਤੇ ਵੀ ਆਵੇਗਾ, ਉਹਦਾ ਅਸੀਂ ਮੂੰਹ ਕਾਲਾ ਕਰਕੇ ਗਲ ਵਿੱਚ ਛਿੱਤਰਾਂ ਦਾ ਹਾਰ ਪਾ ਕੇ ਉਹਨੂੰ ਬਾਜ਼ਾਰ ਵਿੱਚ ਘੁਮਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰ ਅਰਜਨ ਦੇਵ ਮਹਾਰਾਜ ਸੰਗਤ ਦੇ ਨਾਲ ਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ। ਆ ਕੇ ਸੰਗਤ ਨੂੰ ਕਹਿਣ ਲੱਗੇ, ਸੰਗਤ ਜੀ ਕਰੋ ਕੀਰਤਨ। ਗੁਰੂ ਨਾਨਕ ਦੀ ਸੰਗਤ ਕੀਰਤਨ ਕਰੇ। ਯਾਦ ਰੱਖਿਓ, ਧੰਨ ਗੁਰ ਅਰਜਨ ਦੇਵ ਮਹਾਰਾਜ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰ ਅੰਗਦ ਦੇਵ ਮਹਾਰਾਜ, ਧੰਨ ਗੁਰ ਅਮਰਦਾਸ ਮਹਾਰਾਜ, ਧੰਨ ਗੁਰ ਰਾਮਦਾਸ ਮਹਾਰਾਜ ਜੀਆਂ ਦੇ ਸਮੇਂ ਮਰਾਸੀਆਂ ਦੀ ਕੁੱਲ ਵਿੱਚੋਂ ਕੀਰਤਨ ਕੀਤਾ ਜਾਂਦਾ ਸੀ। ਤੇ ਅੱਜ ਧੰਨ ਗੁਰ ਅਰਜਨ ਦੇਵ ਮਹਾਰਾਜ ਨੇ ਐਨੀ ਰਹਿਮਤ ਕੀਤੀ, ਐਨੀ ਬਖਸ਼ਿਸ਼ ਕੀਤੀ, ਆਪਣੇ ਗੁਰਸਿੱਖਾਂ ਦੀ ਝੋਲੀ ਵਿੱਚ ਕੀਰਤਨ ਦੀ ਦਾਤ ਪਾਈ। ਆਖੋ ਸਤਨਾਮ। ਜਿਹੜਾ ਕੀਰਤਨ ਅੱਜ ਅਸੀਂ ਕਰਦੇ ਆ ਨਾ, ਇਹ ਕੀਰਤਨ ਧੰਨ ਗੁਰ ਅਰਜਨ ਦੇਵ ਮਹਾਰਾਜ ਜੀਆਂ ਦੀ ਦੇਣ ਹੈ। ਇਹ ਗੁਰੂ ਜੀ ਨੇ ਰਹਿਮਤ ਕਰਕੇ ਸਾਡੀ ਝੋਲੀ ਵਿੱਚ ਕੀਰਤਨ ਦੀ ਦਾਤ ਪਾਈ ਹੈ। ਮਹਾਰਾਜ ਨੇ ਆਖਿਆ, ਸੰਗਤ ਜੀ ਕਰੋ ਕੀਰਤਨ ਕਰੋ ਭਾਈ। ਕਹਿਣ ਲੱਗੇ, ਮਹਾਰਾਜ ਅਸੀਂ ਕਿਵੇਂ ਕੀਰਤਨ ਕਰੀਏ? ਸਾਨੂੰ ਕਿਹੜਾ ਸਾਜ਼ ਵਜਾਉਣੇ ਆਉਂਦੇ ਐ, ਸਾਨੂੰ ਕਿਹੜਾ ਕੀਰਤਨ ਕਰਨਾ ਆਉਂਦਾ ਹੈ? ਮਹਾਰਾਜ ਕਹਿਣ ਲੱਗੇ, ਜਿਵੇਂ ਮਰਜ਼ੀ ਕਰੋ, ਅੱਜ ਗੁਰੂ ਨਾਨਕ ਦੀ ਸੰਗਤ ਕੀਰਤਨ ਕਰੇਗੀ। ਆਖੋ ਸਤਨਾਮ। ਉਸ ਸਮੇਂ ਸੰਗਤ ਨੇ ਪਹਿਲੀ ਵਾਰ ਕੀਰਤਨ ਕੀਤਾ ਸੀ। ਇੱਧਰ ਭਾਈ ਸੱਤਾ ਬਲਵੰਡਾ ਗੁਰੂ ਜੀ ਦੇ ਬੋਲ ਲੈ ਕੇ ਬੈਠੇ ਐ। ਮਹਾਰਾਜ ਨੇ ਆਖਿਆ ਸੀ ਤੁਹਾਡੇ ਤਨ ਤੇ ਕੋੜ ਚੱਲੇਗਾ। ਅੱਜ ਭਾਈ ਸੱਤਾ ਸਵੇਰੇ ਸਵੇਰੇ ਇਸ਼ਨਾਨ ਕਰ ਰਿਹਾ ਹੈ। ਇਸ਼ਨਾਨ ਕਰਦੇ ਨੇ ਕੀ ਦੇਖਿਆ?
ਇਹਦੇ ਤਨ ਤੇ ਥੋੜੇ ਥੋੜੇ ਫੋੜੇ ਆਣ ਲੱਗ ਗਏ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹਦੇ ਸਰੀਰ ਤੇ ਫਿਣਸੀਆਂ ਹੋਣ ਲੱਗ ਗਈਆਂ। ਅੱਜ ਵੈਦ ਦੇ ਕੋਲ ਗਿਆ, ਵੈਦ ਜੀ ਆ ਮੇਰੇ ਸਰੀਰ ਤੇ ਦੇਖੋ ਤਾਂ ਕੀ ਹੋਇਆ ਹੈ। ਅੱਗੋਂ ਵੈਦ ਕਹਿਣ ਲੱਗਾ, ਸਤਿਆ ਓਏ ਤੇਰੇ ਸਰੀਰ ਤੇ ਤਾਂ ਕੋੜ ਫੁੱਟ ਗਿਆ, ਕੋੜ। ਤੇ ਯਾਦ ਰੱਖੀ ਕੋੜ ਵੀ ਇਹੋ ਜਿਹਾ ਹੈ, ਇਹਦਾ ਨਾਂ ਇਲਾਜ ਹੈ ਤੇ ਇਹ ਬਿਮਾਰੀ ਵੀ ਛੂਤ ਦੀ ਹੈ। ਜੇ ਤੇਰੇ ਕੋਲ ਵੀ ਕੋਈ ਖੜੇਗਾ ਉਹਨੂੰ ਵੀ ਇਹ ਕੋੜ ਹੋ ਜਾਏਗਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਭਾਈ ਸੱਤੇ ਨੂੰ ਕੋੜ ਹੋ ਗਿਆ, ਭਾਈ ਬਲਵੰਡ ਨੂੰ ਵੀ ਕੋੜ ਹੋ ਗਿਆ। ਭਾਈ ਸੱਤੇ ਬਲਵੰਡ ਨੂੰ ਕੋੜ ਦੋਨਾਂ ਨੂੰ ਹੋ ਗਿਆ। ਅੱਜ ਮਨ ਹੀ ਮਨ ਸੋਚ ਰਹੇ ਐ, ਓਏ ਮਨਾ ਪੁਰਾਣੇ ਦਿਨ ਅੱਜ ਯਾਦ ਆ ਰਹੇ ਐ। ਗੁਰੂ ਜੀ ਨੇ ਬੋਲੇ ਸੀ, ਗੁਰੂ ਜੀ ਨੇ ਬਚਨ ਕੀਤਾ ਸੀ ਵੇ ਤੁਸੀਂ ਫਿੱਟ ਗਏ ਹੋ, ਤੁਹਾਡੇ ਸਰੀਰ ਤੇ ਕੋੜ ਹੋਏਗਾ। ਐ ਮਨਾ ਅੱਜ ਮੇਰੇ ਸਰੀਰ ਤੇ ਕੋੜ ਹੋ ਗਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਗੁਰੂ ਦੇ ਬਚਨਾਂ ਦੀ ਪਾਵਰ ਹੈ। ਅੱਜ ਮਨ ਹੀ ਮਨ ਰੋ ਰਹੇ ਐ, ਬਰਾਗ ਵਿੱਚ ਆ ਕੇ ਅੱਖਾਂ ਵਿੱਚ ਹੰਝੂ ਐ ਵੇ ਸਾਨੂੰ ਵਿਛੜਿਆਂ ਨੂੰ ਕੌਣ ਮਿਲਾਏਗਾ ਹੁਣ। ਯਾਦ ਰੱਖਿਓ ਬੋਲ ਬੋਲਣੇ ਬਹੁਤ ਸੌਖੇ ਐ, ਜਦੋਂ ਉਹ ਬੋਲਾਂ ਦਾ ਫਲ ਮਿਲਦਾ ਹੈ ਨਾ ਫਿਰ ਮਨ ਬਹੁਤ ਪਛਤਾਉਂਦਾ ਹੈ। ਅੱਜ ਦੁਨੀਆ ਮਹਾਂਪੁਰਸ਼ਾਂ ਦੀ ਨਿੰਦਿਆ ਕਰਦੀ ਹੈ, ਰੱਬ ਨਾਲ ਰੰਗਿਆਂ ਹੋਇਆਂ ਦੀ ਨਿੰਦਿਆ ਹੋ ਰਹੀ ਹੈ। ਯਾਦ ਰੱਖਿਓ ਬੀਜ ਬੀਜਣ ਦਾ ਸਮਾਂ ਕੋਈ ਹੋਰ ਹੁੰਦਾ ਹੈ। ਜਿਸ ਦਿਨ ਬੀਜ ਨੂੰ ਵੱਢਣਾ ਪੈਂਦਾ ਹੈ ਨਾ, ਜਿੱਦਣ ਫਲ ਬਣ ਜਾਂਦਾ ਹੈ, ਫਲ ਨੂੰ ਵੱਢਣਾ ਪੈਂਦਾ ਹੈ, ਉਹ ਸਮਾਂ ਕੁਝ ਹੋਰ ਹੋਣਾ। ਫਿਰ ਮਨਾ ਪਛਤਾਏਗਾ ਤੂੰ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮਹਾਰਾਜ ਨੇ ਤਾਂ ਇੱਥੋਂ ਤੱਕ ਵੀ ਆਖਿਆ ਸੀ, ਨਿੰਦਾ ਭਲੀ ਕਿਸੇ ਕੀ ਨਾਹੀ। ਐ ਮਨਾ ਕਿਸੇ ਇੱਕ ਇਨਸਾਨ ਦੀ ਵੀ ਨਿੰਦਿਆ ਨਾ ਕਿਤੇ ਕਰ ਦੇਈ। ਜਿਹੜੇ ਨਿੰਦਿਆ ਕਰਦੇ ਐ ਮਹਾਰਾਜ ਕਹਿੰਦੇ ਉਹ ਮੂਰਖ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਮੂਰਖ ਬੰਦੇ ਕਿਸੇ ਦੀ ਨਿੰਦਿਆ ਕਰਦੇ ਐ। ਤੇ ਨਿੰਦਾ ਕਿਹੜੀ ਹੁੰਦੀ ਹੈ ਜੀ? ਜੇ ਫੁੱਲ ਨੂੰ ਨਾ ਜੀ, ਫੁੱਲ ਨੂੰ ਕੰਡੇ ਕਹਿਣਾ ਇਹ ਨਿੰਦਿਆ ਹੈ। ਜੇ ਫੁੱਲ ਨੂੰ ਫੁੱਲ ਕਹੋਗੇ ਇਹ ਫੁੱਲ ਦੀ ਵਡਿਆਈ ਹੈ। ਜੇ ਕੰਡੇ ਨੂੰ ਤੁਸੀਂ ਫੁੱਲ ਕਹੋਗੇ ਉਹ ਵੀ ਕੰਡੇ ਦੀ ਨਿੰਦਿਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਿਸੇ ਦੀ ਝੂਠੀ ਵਡਿਆਈ ਕਰਨੀ ਵੀ ਮਾੜੀ ਹੈ ਤੇ ਕਿਸੇ ਰੰਗੇ ਹੋਏ ਦੀ ਨਿੰਦਿਆ ਕਰਨੀ ਵੀ ਮਾੜੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਫਲ ਤੈਨੂੰ ਵੱਢਣਾ ਪਏਗਾ। ਕਰਮ ਚੰਗੇ ਕਰ ਲੈ ਚਾਹੇ ਮਾੜੇ ਕਰ ਲੈ, ਚੰਗੇ ਕਰਮਾਂ ਦਾ ਫਲ ਚੰਗਾ ਮਿਲੇਗਾ, ਮਾੜੇ ਕਰਮਾਂ ਦਾ ਫਲ ਮਾੜਾ ਹੈ। ਅੱਜ ਦੋਵੇਂ ਭਰਾ ਮਾਨੀ ਮਨ ਸੋਚ ਰਹੇ ਆ ਵੀ ਹੁਣ ਸਾਨੂੰ ਮਿਲਾਏਗਾ ਕੌਣ। ਗੁਰੂ ਜੀ ਨੇ ਤਾਂ ਆਖਿਆ ਜੇ ਸਾਡੀ ਸ਼ਰਨ ਵਿੱਚ ਆਓਗੇ ਤੁਹਾਨੂੰ ਬਖਸ਼ਾਂਗੇ ਨਹੀਂ। ਕੌਣ ਮਿਲਾਏਗਾ? ਕਿਹੜਾ ਕਿਸੇ ਦੀ ਖਾਤਰ ਆਪਣਾ ਮੂੰਹ ਕਾਲਾ ਕਰੇਗਾ? ਕੋਈ ਹੈ ਇਹੋ ਜਿਹਾ ਦੁਨੀਆ ਵਿੱਚ ਜਿਹੜਾ ਕਿਸੇ ਦੂਜੇ ਦੀ ਖਾਤਰ ਮੂੰਹ ਕਾਲਾ ਕਰ ਲੇ? ਨਹੀਂ। ਇਹ ਤਾਂ ਬਾਣੀ ਨੇ ਆਖਿਆ ਜੋੜਨ ਹਾਰੋ ਸੰਤ। ਰੱਬ ਦੇ ਪਿਆਰੇ ਜੁੜੇ ਹੋਏ ਉਹੀ ਕਿਸੇ ਟੁੱਟੇ ਹੋਏ ਨੂੰ ਜੋੜ ਸਕਦੇ ਐ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕੋਈ ਕਿਸੇ ਦੀ ਖਾਤਰ ਛਿੱਤਰਾਂ ਦਾ ਹਾਰ ਕਿਉਂ ਆਪਣੇ ਗਲ 'ਚ ਪਾਵੇ? ਜੇ ਕੋਈ ਗੁਰਦੁਆਰਾ ਸਾਹਿਬ ਕਿਸੇ ਨੇ 51,000 ਭੇਟ ਕੀਤਾ ਹੋਵੇ ਨਾ ਜੀ, ਗਵਾਂਢੀ ਨੇ 51,000 ਗੁਰਦੁਆਰਾ ਸਾਹਿਬ ਭੇਟਾ ਕੀਤਾ ਹੋਵੇ ਤੇ ਸਰੋਪਾ ਲੈਣ ਦੀ ਵਾਰੀ ਆਈ ਹੋਵੇ, ਗਵਾਂਢੀ ਗੁਰਦੁਆਰਾ ਸਾਹਿਬ ਨਾ ਹੋਵੇ, ਇਹ ਟੱਪ ਕੇ ਮੋਹਰੇ ਹੋ ਜਾਂਦਾ ਹੈ, ਕਹਿੰਦਾ ਮੇਰੇ ਗਲ ਵਿੱਚ ਸਰੋਪਾ ਪਾ ਦਿਓ, ਮੇਰਾ ਹੀ ਗਵਾਂਢੀ ਹੈ, ਮੈਂ ਘਰ ਜਾ ਕੇ ਦੇ ਦਾਂਗਾ ਉਹਨੂੰ। ਆਖੋ ਸਤਨਾਮ। ਵਾਹਿਗੁਰੂ। ਪਰ ਜੇ ਕਿਤੇ ਗਵਾਂਢੀ ਨੇ ਕੋਈ ਮਾੜਾ ਕਰਮ ਕੀਤਾ ਹੋਵੇ ਫਿਰ ਇਹੀ ਦੂਜੇ ਤਾਂ ਬਾਅਦ ਵਿੱਚ ਛਿੱਤਰ ਮਾਰਦੇ ਆ, ਪਹਿਲਾਂ ਇਹ ਜਾ ਕੇ ਛਿੱਤਰ ਮਾਰਦਾ, ਕਹਿੰਦਾ ਮੇਰੇ ਵੱਲੋਂ ਵੀ 2 ਛੱਡ ਦਿਓ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਰੱਬ ਦੇ ਪਿਆਰੇ ਹੀ ਪਰਦਾ ਢੱਕਦੇ ਐ। ਯਾਦ ਰੱਖਿਓ ਇੱਕ ਗੁਰੂ, ਇੱਕ ਰੱਬ ਦੇ ਪਿਆਰੇ, ਇੱਕ ਮਾਂ ਬਾਪ ਆਪਣੇ ਬੱਚਿਆਂ ਦਾ ਪਰਦਾ ਢੱਕਦੇ ਐ, ਬਾਕੀ ਤਾਂ ਸਾਰੇ ਪਰਦੇ ਨੰਗੇ ਕਰਦੇ ਆ। ਆਖੋ ਸਤਨਾਮ। ਬਾਕੀ ਸਾਰੇ ਨੰਗੇ ਕਰਦੇ ਐ। ਪਿੰਡ ਵਿੱਚ ਕਿਤੇ ਛੋਟੀ ਜਿਹੀ ਵੀ ਗੱਲ ਹੋਵੇ ਨਾ, ਸਾਨੂੰ ਪਤਾ ਲੱਗ ਜਾਏ,
ਜਿੰਨਾ ਚਿਰ ਅਸੀਂ ਪੂਰੇ ਪਿੰਡ ਵਿੱਚ ਉਹ ਗੱਲ ਦੱਸ ਨਾ ਦਈਏ ਉਨਾ ਚਿਰ ਸਾਨੂੰ ਪ੍ਰਸ਼ਾਦਾ ਹੀ ਨਹੀਂ ਪਚਦਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਨਾ ਚਿਰ ਪ੍ਰਸ਼ਾਦਾ ਹੀ ਨਹੀਂ ਪਚਦਾ ਸਾਨੂੰ। ਇਹ ਸਾਡੀ ਗੱਲ ਹੈ, ਮਨਮੁਖੀ ਜੀਵਾਂ ਦੀ ਗੱਲ ਹੈ। ਇਹ ਦੋਵੇਂ ਭਰਾ ਮਨ ਹੀ ਮਨ ਸੋਚਦੇ ਐ ਸਾਡੀ ਖਾਤਰ ਮੂੰਹ ਕਾਲਾ ਕੌਣ ਕਰੇਗਾ। ਤੇ ਫਿਰ ਮਨ ਵਿੱਚ ਆਇਆ ਵੇ ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੁੰਦੇ ਮੇਰੀ ਬੰਦੀ ਭਗਤ ਛੁਡਾਵੇ ਬੰਦੇ ਭਗਤ ਨਾ ਛੂਟੈ ਮੋਹੇ। ਮੇਰੀ ਬੰਦੀ ਹੋਈ ਨੂੰ ਭਗਤ ਛੁਡਾ ਸਕਦੇ ਐ, ਪਰ ਜਿਹੜੀ ਭਗਤਾਂ ਦੀ ਬੰਦੀ ਐ ਉਹ ਮੇਰੇ ਕੋਲੋਂ ਛੁੱਟਦੀ ਨਹੀਂ। ਆਖੋ ਸਤਨਾਮ। ਇਹ ਕਹਿੰਦੇ ਹੁਣ ਰੱਬ ਦਾ ਪਿਆਰਾ ਲੱਭੀਏ ਜੁੜਿਆ ਹੋਇਆ, ਜਿਹਨੂੰ ਗੁਰੂ ਅਰਜਨ ਦੇਵ ਮਹਾਰਾਜ ਦਿਲੋਂ ਪਿਆਰ ਕਰਦੇ ਹੋਣ। ਮਨ ਵਿੱਚ ਵਿਚਾਰ ਆਇਆ ਵੀ ਇਹੋ ਜਿਹਾ ਰੱਬ ਦਾ ਪਿਆਰਾ ਤਾਂ ਭਾਈ ਲੱਦਾ ਜੀ ਹੈ। ਆਖੋ ਸਤਨਾਮ। ਲਾਹੌਰ ਦੀ ਧਰਤੀ ਤੇ ਰਹਿ ਰਹੇ ਨੇ ਭਾਈ ਲੱਦਾ ਜੀ। ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸ੍ਰੀ ਲਾਹੌਰ ਸਾਹਿਬ ਨੂੰ ਚੱਲ ਪਏ। ਲਾਹੌਰ ਗਏ, ਜਾ ਕੇ ਭਾਈ ਲੱਦੇ ਦਾ ਦਰਵਾਜ਼ਾ ਖੜਖਟਾਇਆ। ਐ ਭਾਈ ਲੱਦਾ ਜੀ ਦਰਵਾਜ਼ਾ ਖੋਲੋ। ਅੰਦਰੋਂ ਭਾਈ ਲੱਦੇ ਨੇ ਆਵਾਜ਼ ਦਿੱਤੀ, ਭਾਈ ਕੌਣ ਹੋ? ਇਹ ਕਹਿਣ ਲੱਗੇ ਜੀ ਗੁਰੂ ਘਰੋਂ ਧੱਕੇ ਹੋਏ ਆ। ਆਖੋ ਸਤਨਾਮ। ਗੁਰੂ ਘਰੋਂ ਦਰਕਾਰੇ ਹੋਏ ਆ। ਭਾਈ ਲੱਦਾ ਜੀ ਕਹਿਣ ਲੱਗੇ ਫਿਰ ਮੇਰੇ ਕੋ ਕੀ ਕਰਨ ਆਏ ਹੋ? ਜਿਹਨੂੰ ਗੁਰੂ ਘਰੋਂ ਧੱਕਿਆ ਹੋਇਆ ਹੈ, ਜਿਹਨੂੰ ਗੁਰੂ ਘਰ ਤੋਂ ਧੱਕੇ ਪਏ ਐ, ਉਹ ਗੁਰੂ ਦੇ ਸਿੱਖ ਦੇ ਘਰ ਕਿਵੇਂ ਵੜ ਸਕਦਾ? ਆਖੋ ਸਤਨਾਮ। ਇਹ ਕਹਿਣ ਲੱਗੇ ਬਾਬਾ ਜੀ, ਭਾਈ ਲੱਦਾ ਜੀ ਰੱਬ ਦੇ ਪਿਆਰੇ ਹੀ ਗੁਰੂ ਨਾਲ ਜੋੜ ਸਕਦੇ ਐ। ਜੇ ਰੱਬ ਦੇ ਪਿਆਰਿਆਂ ਦੇ ਵੀ ਦਰਵਾਜ਼ੇ ਬੰਦ ਹੋ ਗਏ, ਜੇ ਗੁਰੂ ਦੀ ਸੰਗਤ ਦੇ ਵੀ ਦਰਵਾਜ਼ੇ ਬੰਦ ਹੋ ਗਏ, ਫਿਰ ਅਸੀਂ ਜਾਵਾਂਗੇ ਕਿੱਥੇ? ਫਿਰ ਸਾਨੂੰ ਕੌਣ ਬਖਸ਼ਾਏਗਾ? ਫਿਰ ਸਾਨੂੰ ਗੁਰੂ ਨਾਲ ਕੌਣ ਜੋੜੇਗਾ? ਅੰਦਰੋਂ ਭਾਈ ਲੱਦਾ ਜੀ ਨੇ ਆਵਾਜ਼ ਮਾਰੀ ਵੇ ਗੁਰੂ ਦਾ ਬਚਨ ਕੀ ਹੋਇਆ ਸੀ? ਦੇਖੋ ਦਰਵਾਜ਼ਾ ਨਹੀਂ ਖੋਲਿਆ ਭਾਈ ਲੱਦਾ ਜੀ ਨੇ। ਭਾਈ ਸੱਤਾ ਬਲਵੰਡਾ ਬਾਹਰ ਖੜੇ ਐ, ਭਾਈ ਲੱਦਾ ਜੀ ਆਪਣੇ ਅੰਦਰ ਘਰ ਵਿੱਚ ਐ। ਕਿਉਂ ਨਹੀਂ ਦਰਵਾਜ਼ਾ ਖੋਲਿਆ? ਕਿਉਂਕਿ ਗੁਰੂ ਨੇ ਦਰਕਾਰੇ ਹੋਏ ਐ। ਆਖੋ ਸਤਨਾਮ। ਭਾਈ ਲੱਦਾ ਜੀ ਕਹਿਣ ਲੱਗੇ ਕੀ ਗੁਰੂ ਨੇ ਬਚਨ ਕੀਤਾ? ਇਹ ਕਹਿਣ ਲੱਗੇ ਸਤਿਗੁਰੂ ਜੀ ਨੇ ਆਖਿਆ ਸੀ ਵੇ ਤੁਸੀਂ ਫਿੱਟ ਗਏ ਹੋ, ਤੁਹਾਡੇ ਸਰੀਰ ਤੇ ਕੋੜ ਚੱਲੇਗਾ। ਜਿਹੜੀ ਰਸਨਾ ਗੁਰੂ ਨਾਨਕ ਦੀ ਨਿੰਦਿਆ ਕਰਦੀ ਹੈ ਉਹ ਰਸਨਾ ਤੇ ਤਾਂ ਕੀੜੇ ਪੈਣਗੇ, ਕੀੜੇ। ਆਖੋ ਸਤਨਾਮ। ਐ ਭਾਈ ਲੱਦਾ ਜੀ ਸਾਡੇ ਸਰੀਰ ਤੇ ਕੋੜ ਤਾਂ ਚੱਲ ਗਿਆ, ਗੁਰੂ ਜੀ ਦੇ ਬਚਨ ਪੂਰੇ ਹੋਣ ਲੱਗ ਗਏ, ਸਾਡੇ ਸਰੀਰ ਤੇ ਕੋੜ ਤਾਂ ਹੋ ਗਿਆ ਹੈ। ਸਾਨੂੰ ਇਉਂ ਮਹਿਸੂਸ ਹੁੰਦਾ ਹੈ ਸਾਡੀ ਜੇਬਾਂ ਵੀ ਮੋਟੀ ਹੋ ਗਈ ਹੈ, ਸਾਡੀ ਰਸਨਾ ਤੋਂ ਵੀ ਬੋਲ ਨਹੀਂ ਹੁੰਦਾ। ਥੋੜੇ ਸਮੇਂ ਤੱਕ ਸਾਨੂੰ ਇਉਂ ਮਹਿਸੂਸ ਹੁੰਦਾ ਹੈ ਸਾਡੀ ਜੇਬਾਂ ਤੇ ਵੀ ਕੀੜੇ ਪੈ ਜਾਣਗੇ। ਆਖੋ ਸਤਨਾਮ। ਸਾਡੀ ਜੇਬਾਂ ਤੇ ਵੀ ਕੀੜੇ ਪੈ ਜਾਣੇ ਆ। ਅੱਗੋਂ ਭਾਈ ਲੱਦਾ ਜੀ ਕਹਿਣ ਲੱਗੇ ਹੋਰ ਕੀ ਬਚਨ ਕੀਤਾ ਸੀ ਗੁਰੂ ਜੀ ਨੇ? ਇਹ ਕਹਿਣ ਲੱਗੇ ਗੁਰੂ ਨੇ ਬਚਨ ਕੀਤਾ ਸੀ ਵੇ ਤੁਸੀਂ ਆਓਗੇ ਤੁਹਾਨੂੰ ਬਖਸ਼ਾਂਗੇ ਨਹੀਂ, ਪਰ ਜਿਹੜਾ ਤੁਹਾਨੂੰ ਬਖਸ਼ਾਣ ਵਾਸਤੇ ਆਏਗਾ ਉਹਦਾ ਮੂੰਹ ਕਾਲਾ ਕਰਾਂਗੇ, ਉਹਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾਵਾਂਗੇ, ਉਹਨੂੰ ਪੂਰੇ ਬਾਜ਼ਾਰ ਵਿੱਚ ਖੋਤੀ ਤੇ ਬਿਠਾ ਕੇ ਘਮਾਵਾਂਗੇ। ਆਖੋ ਸਤਨਾਮ। ਉਹਨੂੰ ਪੂਰੇ ਬਾਜ਼ਾਰ ਵਿੱਚ ਘਮਾਵਾਂਗੇ। ਅੱਗੋਂ ਭਾਈ ਲੱਦਾ ਜੀ ਮੁਸਕਰਾ ਕੇ ਹੱਸ ਕੇ ਕਹਿਣ ਲੱਗੇ ਸ਼ੁਕਰ ਹੈ ਧੰਨ ਗੁਰ ਅਰਜਨ ਦੇਵ ਜੀ ਤੁਹਾਡਾ। ਕੁਝ ਤਾਂ ਸਰਾਗ ਛੱਡਿਆ, ਕੁਝ ਤਾਂ ਛੱਡਿਆ ਗੁਰੂ ਘਰ ਨੇ। ਕਹਿਣ ਲੱਗੇ ਕੋਈ ਗੱਲ ਨਹੀਂ, ਹੁਣ ਤੁਸੀਂ ਬਖਸ਼ੇ ਜਾਓਗੇ, ਫਿਕਰ ਨਾ ਕਰੋ। ਭਾਈ ਲੱਦਾ ਜੀ ਨੇ ਆਪਣੇ ਚੁੱਲ੍ਹੇ ਚੋਂ ਕਾਲਖ ਲਈ, ਆਪਣੇ ਮੂੰਹ ਤੇ ਕਾਲਖ ਮਲੀ ਤੇ ਛਿੱਤਰਾਂ ਦਾ ਹਾਰ ਬਣਾ ਕੇ ਆਪਣੇ ਗਲ ਵਿੱਚ ਪਾ ਕੇ ਫਿਰ ਦਰਵਾਜ਼ਾ ਖੋਲਿਆ। ਕਹਿਣ ਲੱਗੇ ਚਲੋ ਜਿੱਦਾਂ ਆਏ ਹੋ ਐਦਾਂ ਹੀ ਚਲੋ ਗੁਰੂ ਘਰ, ਧੰਨ ਗੁਰ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਚਲੋ, ਜਾ ਕੇ ਮਹਾਰਾਜ ਜੀ ਕੋਲੋਂ ਭੁੱਲ ਬਖਸ਼ਾ ਲਈਏ। ਆਖੋ ਸਤਨਾਮ। ਐਵੇਂ ਨਹੀਂ ਰੱਬ ਦੇ ਪਿਆਰਿਆਂ ਨੂੰ ਦੁਨੀਆ ਪੂਜਦੀ।
ਐਵੇਂ ਨਹੀਂ ਰੱਬ ਦੇ ਪਿਆਰਿਆਂ ਦੇ ਅੱਗੇ ਦੁਨੀਆ ਸੀਸ ਝੁਕਾਉਂਦੀ। ਮਹਾਰਾਜ ਕਹਿੰਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। ਤੂੰ ਆਪਣੇ ਪਿਆਰਿਆਂ ਦੇ ਵਸ ਵਿੱਚ ਹੈ ਮਾਲਕ ਜੀ। ਭਾਈ ਲੱਦਾ ਜੀ ਨਾਲ ਨਾਲ ਸ਼ਬਦ ਗਾਉਂਦੇ ਜਾ ਰਹੇ ਨੇ, ਐ ਮਾਲਕਾ ਬਖਸ਼ ਲੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਹੈ ਧੰਨ ਗੁਰ ਅਰਜਨ ਦੇਵ ਮਹਾਰਾਜ, ਤੁਹਾਡੇ ਤੋਂ ਬਿਨਾਂ ਸਾਡਾ ਸੰਸਾਰ ਵਿੱਚ ਹੈ ਹੀ ਕੌਣ ਹੈ। ਸ਼ਬਦ ਗਾਉਂਦੇ ਜਾ ਰਹੇ ਨੇ, ਕਿਰਪਾ ਕਰੋ ਲੇਖੇ ਕਤੇ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਸ਼ਬਦ ਗਾਉਂਦੇ ਗਾਉਂਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਅੰਮ੍ਰਿਤਸਰ ਪਹੁੰਚ ਕੇ ਕਹਿਣ ਲੱਗੇ, ਭਾਈ ਲੱਦਾ ਜੀ ਚਲੋ ਭਾਈ, ਹੁਣ ਗੁਰੂ ਦਾ ਤੀਜਾ ਬਚਨ ਵੀ ਪੂਰਾ ਕਰ ਦਈਏ। ਭਾਈ ਸੱਤਾ ਬਲਵੰਡਾ ਜੀ ਕਹਿਣ ਲੱਗੇ, ਤੀਜਾ ਬਚਨ ਕਿਹੜਾ ਜੀ? ਆਪ ਜੀ ਨੇ ਸਾਡੀ ਖਾਤਰ ਮੂੰਹ ਵੀ ਕਾਲਾ ਕੀਤਾ ਹੈ, ਗਲ ਵਿੱਚ ਛਿੱਤਰਾਂ ਦਾ ਹਾਰ ਵੀ ਪਾਇਆ ਹੋਇਆ ਹੈ। ਕਹਿਣ ਲੱਗੇ ਤੁਸੀਂ ਭੁੱਲ ਗਏ, ਗੁਰੂ ਨੇ ਆਖਿਆ ਸੀ ਜਿਹੜਾ ਤੁਹਾਨੂੰ ਬਖਸ਼ਾਣ ਆਏਗਾ ਉਹਨੂੰ ਖੋਤੀ ਤੇ ਬਿਠਾ ਕੇ ਪੂਰੇ ਬਾਜ਼ਾਰ 'ਚ ਘਮਾਵਾਂਗੇ। ਆਖੋ ਸਤਨਾਮ। ਭਾਈ ਲੱਦਾ ਜੀ ਕਹਿਣ ਲੱਗੇ, ਜਾਓ ਖੋਤੀ ਲੈ ਕੇ ਆਓ, ਗਧੇ ਨੂੰ ਲੈ ਕੇ ਆਓ, ਤੇ ਨਾਲੇ ਇੱਕ ਢੋਲ ਵਾਲਾ ਲੈ ਕੇ ਆਇਓ। ਖੋਤੀ ਨੂੰ ਲਿਆਇਆ ਗਿਆ। ਭਾਈ ਲੱਦਾ ਜੀ ਖੋਤੀ ਤੇ ਬੈਠੇ ਐ। ਦੇਖੋ ਗੁਰੂ ਦੇ ਪਿਆਰੇ ਜਿਹੜੇ ਜੋੜਨ ਵਾਲੇ ਐ, ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਅੱਜ ਦੁਨੀਆ ਦਾ ਜ਼ੋਰ ਲੱਗਾ ਪਿਆ ਹੈ ਕਿਤੇ ਗੁਰੂ ਨਾਲ ਤੋੜ ਦਈਏ, ਇਹੋ ਜਿਹੇ ਬੋਲ ਬੋਲੇ ਜਾ ਰਹੇ ਐ। ਗੁਰੂ ਨਾਲ ਜੋੜਨ ਵਾਲੇ ਤਾਂ ਬਹੁਤ ਘੱਟ ਹੈ। ਮਹਾਰਾਜ ਕਹਿੰਦੇ ਹੈਨ ਬਿਰਲੇ ਨਾਹੇ ਘਣੇ, ਫੈਲ ਫੱਕੜ ਸੰਸਾਰ ਦੁਨੀਆ ਤੇ ਬਹੁਤ ਘੱਟ ਹੈ ਜਿਹੜੇ ਦਿਲੋਂ ਗੁਰੂ ਨਾਲ ਜੋੜ ਰਹੇ ਐ। ਨਹੀਂ ਤਾਂ ਦੁਨੀਆ ਤਾਂ ਪੈਰ ਪੈਰ ਤੇ ਤੋੜ ਰਹੀ ਹੈ, ਗੁਰੂ ਨਾਲੋਂ ਤੋੜ ਰਹੀ ਹੈ, ਗੁਰੂ ਨਾਲੋਂ ਸ਼ਰਧਾ ਤੋੜੀ ਜਾ ਰਹੀ ਹੈ। ਪਰ ਦੇਖੋ ਰੱਬ ਦੇ ਪਿਆਰੇ, ਮੋਰੇ ਮੋਰੇ ਢੋਲ ਵੱਜਦਾ ਜਾ ਰਿਹਾ ਹੈ, ਪਿੱਛੇ ਪਿੱਛੇ ਭਾਈ ਲੱਦਾ ਜੀ ਖੋਤੀ ਤੇ ਬੈਠੇ ਐ, ਗਲ ਵਿੱਚ ਛਿੱਤਰਾਂ ਦਾ ਹਾਰ ਹੈ, ਮੂੰਹ ਕਾਲਾ ਕੀਤਾ ਹੋਇਆ ਹੈ। ਅੱਗੋਂ ਧੰਨ ਗੁਰ ਅਰਜਨ ਦੇਵ ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਆਹ ਢੋਲ ਕਿੱਧਰ ਵੱਜ ਰਿਹਾ ਹੈ, ਕਿੱਧਰੋਂ ਆਵਾਜ਼ ਆ ਰਹੀ ਹੈ? ਬਾਬਾ ਬੁੱਢਾ ਜੀ ਨੇ ਬਾਹਰ ਜਾ ਕੇ ਦੇਖਿਆ, ਕਹਿਣ ਲੱਗੇ ਇਹ ਧੰਨ ਗੁਰ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਤੁਹਾਡਾ ਸਿੱਖ ਆ ਰਿਹਾ ਹੈ, ਭਾਈ ਲੱਦਾ ਜੀ। ਆਖੋ ਸਤਨਾਮ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਭਾਈ ਲੱਦਾ ਜੀ ਤਾਂ ਅੱਗੇ ਵੀ ਆਉਂਦੇ ਐ, ਅੱਜ ਢੋਲ ਕਿਵੇਂ ਵੱਜ ਰਿਹਾ ਹੈ? ਅੱਜ ਭਾਈ ਲੱਦਾ ਜੀ ਐਦਾਂ ਕਿਵੇਂ ਆ ਰਹੇ ਐ? ਕਹਿਣ ਲੱਗੇ, ਮਹਾਰਾਜ ਕੱਲਾ ਢੋਲ ਹੀ ਨਹੀਂ ਵੱਜਦਾ, ਭਾਈ ਲੱਦਾ ਜੀ ਨੇ ਆਪਣਾ ਮੁਖ ਵੀ ਕਾਲਾ ਕੀਤਾ ਹੋਇਆ ਹੈ। ਭਾਈ ਲੱਦਾ ਜੀ ਨੇ ਗਲ ਵਿੱਚ ਛਿੱਤਰਾਂ ਦਾ ਵੀ ਹਾਰ ਪਾਇਆ ਹੈ। ਮਹਾਰਾਜ ਤੁਰ ਕੇ ਨਹੀਂ, ਖੋਤੀ ਤੇ ਬੈਠ ਕੇ ਆ ਰਹੇ ਹੈ। ਅੱਗੋਂ ਧੰਨ ਗੁਰ ਅਰਜਨ ਦੇਵ ਮਹਾਰਾਜ ਆਪਣੇ ਸਿੰਘਾਸਣ ਤੋਂ ਉੱਠ ਕੇ ਬਾਹਰ ਆਏ। ਭਾਈ ਲੱਦਾ ਜੀ ਨੂੰ ਕਹਿਣ ਲੱਗੇ, ਲੱਦਿਆ ਇਹ ਕੀ ਹਾਲ ਬਣਾਇਆ ਭਾਈ? ਅੱਗੋਂ ਭਾਈ ਲੱਦਾ ਜੀ ਅੱਖਾਂ ਵਿੱਚ ਵਿਰਾਗ ਦੇ ਹੰਝੂ ਹੈ। ਮਹਾਰਾਜ ਤੁਹਾਡੇ ਨਾਲ ਵਿਛੜਿਆ ਹੋਇਆ ਨੂੰ ਤੁਹਾਡੇ ਨਾਲ ਮਿਲਾਉਣ ਵਾਸਤੇ ਆਇਆ। ਆਖੋ ਸਤਨਾਮ। ਮਹਾਰਾਜ ਸੱਤੇ ਤੇ ਬਲਵੰਡੇ ਨੂੰ ਤੁਹਾਡੇ ਨਾਲ ਮਿਲਾਉਣ ਵਾਸਤੇ ਆਇਆ। ਧੰਨ ਗੁਰ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਲੱਦਿਆ ਓਏ ਤੂੰ ਤਾਂ ਲਾਹੌਰ ਬੈਠਾ ਹੀ ਕਹਿ ਦਿੰਦਾ ਵੀ ਮਹਾਰਾਜ ਇਹਨਾਂ ਨੂੰ ਬਖਸ਼ ਦੋ, ਅਸੀਂ ਬਖਸ਼ ਦੇਣਾ ਸੀ। ਓਏ ਤੈਨੂੰ ਮੂੰਹ ਕਾਲਾ ਕਰਨੇ ਦੀ ਕੀ ਲੋੜ ਪੈ ਗਈ? ਅੱਗੋਂ ਭਾਈ ਲੱਦਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਬਚਨ ਹੈ, ਤੁਸੀਂ ਗੁਰੂ ਹੋ, ਅਸੀਂ ਸਿੱਖ ਹਾਂ ਮਹਾਰਾਜ ਤੁਹਾਡੇ। ਮਹਾਰਾਜ ਤੁਹਾਡੇ ਬਚਨ ਹੈ ਵੀ ਜਿਹੜਾ ਇਹਨਾਂ ਨੂੰ ਬਖਸ਼ਾਣ ਆਊਗਾ ਉਹਦਾ ਮੂੰਹ ਕਾਲਾ ਕੀਤਾ ਜਾਊਗਾ, ਉਹਦੇ ਗਲ 'ਚ ਛਿੱਤਰਾਂ ਦਾ ਹਾਰ ਪਾਵਾਂਗੇ, ਬਾਜ਼ਾਰ 'ਚ ਘਮਾਵਾਂਗੇ। ਮਹਾਰਾਜ ਤੁਹਾਡੇ ਬਚਨ ਪੂਰੇ ਕੀਤੇ। ਮਹਾਰਾਜ ਕਹਿਣ ਲੱਗੇ, ਲੱਦਾ ਜੀ ਤੁਸੀਂ ਐਨੇ ਪਿਆਰੇ ਸਿੱਖ ਹੋ, ਤੁਹਾਨੂੰ ਮੂੰਹ ਕਾਲਾ ਕਰਨੇ ਦੀ ਕੀ ਲੋੜ ਸੀ? ਮਹਾਰਾਜ
ਜੇ ਮੈਂ ਇੱਥੇ ਮੂੰਹ ਕਾਲਾ ਨਾ ਕਰਦਾ, ਸਤਿਗੁਰੂ ਜੀ ਤੁਹਾਡੇ ਬਚਨ ਅਟਲ ਹੈ, ਮੇਰਾ ਦਰਗਾਹ ਵਿੱਚ ਜਾ ਕੇ ਮੂੰਹ ਕਾਲਾ ਹੋਣਾ ਸੀ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਭਾਈ ਲੱਦਾ ਜੀ ਨੇ ਬੜੇ ਬਰਾਗ ਵਿੱਚ ਆ ਕੇ ਧੰਨ ਗੁਰ ਅਰਜਨ ਦੇਵ ਮਹਾਰਾਜ ਨੂੰ ਆਖਿਆ, ਮਹਾਰਾਜ ਬਖਸ਼ ਲੋ, ਤੁਹਾਡੇ ਐ। ਮਹਾਰਾਜ ਸੱਤਾ ਬਲਵੰਡਾ ਜੀ ਨੂੰ ਬਖਸ਼ ਲੋ, ਇਹਨਾਂ ਦੇ ਲੇਖਾਂ ਤੇ ਨਾ ਜਾਓ, ਆਪਣੀ ਰਹਿਮਤ ਕਰੋ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਹਾਰਾਜ ਸਾਡੇ ਗੁਣਾ ਤੇ ਔਗਣਾ ਤੇ ਨਾ ਜਾਇਓ, ਮਹਾਰਾਜ ਸਾਨੂੰ ਬਖਸ਼ ਲੋ। ਮਹਾਰਾਜ ਕਹਿਣ ਲੱਗੇ, ਲੱਦਾ ਜੀ ਐ ਭਾਈ ਲੱਦਾ, ਬਖਸ਼ ਤਾਂ ਜ਼ਰੂਰ ਦੇਵਾਂਗੇ, ਪਰ ਇਹਨਾਂ ਨੂੰ ਕਹਿ ਵੀ ਬਖਸ਼ ਤੁਹਾਨੂੰ ਦੇਵਾਂਗੇ, ਪਰ ਜਿਹੜੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿੰਦਿਆ ਕੀਤੀ ਹੈ, ਹੁਣ ਉਹ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਉਸਤਤ ਕਰੋ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜਿਵੇਂ ਜਿਵੇਂ ਉਸਤਤ ਕਰਨਗੇ, ਉਵੇਂ ਉਵੇਂ ਇਹਨਾਂ ਦੇ ਤਨ ਦਾ ਕੋੜ ਠੀਕ ਹੋ ਜਾਏਗਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਦੇਖੋ ਫਿਰ ਭਾਈ ਸੱਤਾ ਬਲਵੰਡਾ ਜੀ ਨੇ ਕਿਵੇਂ ਗੁਰੂ ਦੀ ਉਸਤਤ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਸਤਤ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਉਸਤਤ ਕੀਤੀ। ਦਰਬਾਰ ਸਾਹਿਬ ਤੋਂ ਆਪ ਜੀ ਸ਼ਬਦ ਸਰਵਣ ਹਮੇਸ਼ਾ ਹੀ ਕਰਦੇ ਰਹਿੰਦੇ ਹੋ। ਗੁਰੂ ਰਾਮਦਾਸ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ, ਧੰਨ ਧੰਨ ਰਾਮਦਾਸ ਗੁਰ। ਤੇ ਗੁਰਮੁਖੋ ਮਹਾਰਾਜ ਨੇ ਕੱਲੇ ਬਖਸ਼ੇ ਹੀ ਨਹੀਂ, ਜਦੋਂ ਜੁੜ ਗਏ ਗੁਰੂ ਦੇ ਨਾਲ, ਜਦੋਂ ਦਿਲੋਂ ਜੁੜ ਗਏ, ਦਿਲੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕੀਤੀ, ਦਿਲੋਂ ਆਪਣੇ ਗੁਰੂਆਂ ਦੀ ਉਸਤਤ ਕੀਤੀ, ਫਿਰ ਧੰਨ ਗੁਰ ਅਰਜਨ ਦੇਵ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ। ਜਿੱਥੇ ਧੰਨ ਗੁਰ ਅਰਜਨ ਦੇਵ ਮਹਾਰਾਜ ਅੱਜ ਸੁਭਾਏਮਾਨ ਹੈ, ਕਿੱਥੇ ਹੈ ਜੀ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ ਜਿੱਥੇ ਧੰਨ ਗੁਰ ਅਰਜਨ ਦੇਵ ਮਹਾਰਾਜ ਦੀ ਬਾਣੀ ਦਰਜ ਹੈ, ਤੇ ਜਿੱਦਣ ਭਾਈ ਸੱਤਾ ਬਲਵੰਡਾ ਜੀ ਜੁੜ ਗਏ, ਜਿੱਦਣ ਭੁੱਲਾਂ ਬਖਸ਼ਾ ਲਈਆਂ, ਉਦਣ ਮੇਰੇ ਧੰਨ ਗੁਰ ਅਰਜਨ ਦੇਵ ਮਹਾਰਾਜ ਨੇ ਆਪਣੇ ਨਾਲ ਹੀ ਬਿਠਾ ਲਿਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਵਿੱਚ ਭਾਈ ਸੱਤਾ ਬਲਵੰਡਾ ਜੀ ਦੀ ਵਾਰ ਵੀ ਦਰਜ ਹੈ। ਗੁਰਮੁਖੋ, ਜੇ ਅਸੀਂ ਵੀ ਟੁੱਟੇ ਹੋਏ ਆ, ਆਪਣੇ ਮਨਾਂ ਵਿੱਚ ਝਾਤੀ ਮਾਰਿਓ, ਗੁਰੂ ਵਾਲੇ ਬਣੇ ਹੋ ਆ ਕਿ ਨਹੀਂ? ਸਾਡਾ ਕੋਈ ਗੁਰੂ ਹੈ? ਜਿੰਨੇ ਵੀ ਸੁਣ ਰਹੇ ਹੋ, ਕੋਈ ਹਿੰਦੂ ਧਰਮ ਦਾ ਵੀਰ ਸੁਣ ਰਿਹਾ, ਉਹ ਆਪਣੇ ਧਰਮ ਵਿੱਚ ਪੱਕਾ ਹੋਵੇ, ਉਹ ਰਾਮ ਜੀ ਨੂੰ ਮੰਨੇ, ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੂੰ ਮੰਨੇ, ਪਰ ਦਿਲੋਂ ਮੰਨੇ, ਦਿਲੋਂ ਉਹਨਾਂ ਨਾਲ ਜੁੜੇ। ਕੋਈ ਮੁਸਲਮਾਨ ਵੀਰ ਸੁਣ ਰਿਹਾ ਹੈ, ਉਹ ਆਪਣੇ ਧਰਮ ਵਿੱਚ ਪੱਕਾ ਹੋਵੇ, ਅੱਲਾ ਦੀ ਇਬਾਦਤ ਕਰੇ, ਪਰ ਗੁਰੂ ਦੇ ਸਿੱਖਾ, ਤੂੰ ਆਪਣੇ ਮਨ ਵਿੱਚ ਝਾਤੀ ਮਾਰ, ਤੇਰੇ ਨਾਮ ਪਿੱਛੇ ਸਿੰਘ ਲੱਗਾ ਐ ਮੇਰੀਏ ਭੈਣੇ, ਤੇਰੇ ਨਾਮ ਪਿੱਛੇ ਕੋਰ ਲੱਗਾ ਹੈ। ਤੂੰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ, ਤੂੰ ਗੁਰੂ ਵਾਲਾ ਬਣਿਆ ਕਿ ਨਹੀਂ ਬਣਿਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਦੇਖ ਲੈ, ਗੁਰੂ ਵਾਲੇ ਬਣੇ ਤੋਂ ਬਿਨਾਂ ਛੁਟਕਾਰਾ ਨਹੀਂ। ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਮੇਰਾ ਸਿੱਖ ਅੰਮ੍ਰਿਤ ਧਾਰੀ ਸਿੱਖ ਹੋਵੇ, ਤੇ ਜਿੱਥੇ ਅੰਮ੍ਰਿਤ ਛਕਣਾ ਹੈ ਉੱਥੇ ਰਹਿਤ ਵੀ ਰੱਖੋ। ਸਵੇਰ ਨੂੰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦਾ ਸਿਮਰਨ ਵੀ ਕਰੋ। ਮਹਾਰਾਜ ਕਹਿੰਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਸ਼ਨਾਨ ਕਰਕੇ ਆਪਣੇ ਮਾਲਕ ਦੀ ਉਸਤਤ ਕਰ, ਆਪਣੇ ਮਾਲਕ ਨੂੰ ਯਾਦ ਕਰ। ਤੇ ਯਾਦ ਰੱਖੀ, ਜਦੋਂ ਤੂੰ ਆਪਣੇ ਮਾਲਕ ਨੂੰ ਯਾਦ ਕਰੇਗਾ, ਕੱਲੇ ਤੇਰੇ ਤਨ ਦੇ ਰੋਗ ਨਹੀਂ ਠੀਕ ਹੋਣੇ, ਤੇਰੇ ਮਨ ਦੇ ਰੋਗ ਵੀ ਗੁਰੂ ਠੀਕ ਕਰ ਦੇਗਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਗੁਰੂ ਦੇ ਸਿਮਰਨ ਵਿੱਚ ਐਨੀ ਤਾਕਤ ਹੈ। ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਿਆ ਕਰੋ, ਤੇ ਪੰਜਾਂ ਬਾਣੀਆਂ ਦਾ ਨਿਤਨੇਮ ਜ਼ਰੂਰ ਕਰਿਆ ਕਰੋ।
ਅੱਜ ਦੇਖੋ ਧੰਨ ਗੁਰ ਅਰਜਨ ਦੇਵ ਮਹਾਰਾਜ ਜੀਆਂ ਦਾ ਪੂਰੇ ਵਰਲਡ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ, ਉੱਥੇ ਧੰਨ ਗੁਰ ਅਰਜਨ ਦੇਵ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਸੰਗਤਾਂ ਮਨਾ ਰਹੀਆਂ। ਐਨੇ ਪਿਆਰ ਵਾਲੀਆਂ ਵੀ ਸੰਗਤਾਂ ਹੈ, ਪਤਾ ਨਹੀਂ ਕਿੰਨੇ ਕਿੰਨੇ ਦਿਨ ਤੋਂ ਸ਼੍ਰੀ ਸੁਖਮਨੀ ਸਾਹਿਬ ਜੀਆਂ ਦੇ ਜਾਪ ਸੰਗਤਾਂ ਕਰ ਰਹੀਆਂ। ਸਾਨੂੰ ਸੁੱਖਾਂ ਦੀ ਮਣੀ ਸ਼੍ਰੀ ਸੁਖਮਨੀ ਸਾਹਿਬ ਸਤਿਗੁਰੂ ਜੀ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਬਾਣੀਆਂ ਸਾਰੀਆਂ ਸਤਿਕਾਰਯੋਗ ਹੈ, ਸਾਰੀਆਂ ਬਾਣੀਆਂ ਠੰਡਤ ਪਹੁੰਚਾਉਣ ਵਾਲੀਆਂ, ਸ਼ਾਂਤੀ ਦੇਣ ਵਾਲੀਆਂ, ਪਰ ਮਹਾਰਾਜ ਜੀਆਂ ਨੇ ਇਹ ਬਾਣੀ ਦਾ ਨਾਮ ਹੀ ਸੁਖਮਨੀ ਰੱਖ ਦਿੱਤਾ। ਸੁੱਖਾਂ ਦੀ ਮਣੀ ਹੈ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਸਿੱਖਾ ਤੈਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ। ਬਾਹਰ ਤਾਂ ਤੂੰ ਤਾਂ ਜਾਵੇਂ, ਕਿਸੇ ਦੂਜੇ ਕੋਲੋਂ ਤਾਂ ਤੂੰ ਤਾਂ ਮੰਗੇ ਜੇ ਤੇਰੇ ਆਪਣੇ ਘਰ ਵਿੱਚ ਉਹ ਚੀਜ਼ ਨਾ ਹੋਵੇ। ਤੂੰ ਆਪਣੇ ਗੁਰੂ ਦਾ ਕਿਤੇ ਬਣ ਕੇ ਤਾਂ ਦੇਖ। ਮਹਾਰਾਜ ਕਹਿੰਦੇ ਸਭ ਨਿਧਾਨ ਦਸ ਅਸ ਸਿਧਾਨ ਠਾਕੁਰ ਕਰ ਤਲ ਧਰਿਆ। ਪਰਮਾਤਮਾ ਨੇ ਆਪਣੀ ਹੱਥ ਦੀ ਤਲੀ ਤੇ 9 ਨਿਧੀਆਂ 18 ਸਿੱਧੀਆਂ ਐਦਾਂ ਰੱਖੀਆਂ ਹੋਈਆਂ। ਬਾਣੀ ਕਹਿ ਰਹੀ ਹੈ ਕਿਉਂ ਰੱਖੀਆਂ ਹੋਈਆਂ? ਕਿਸੇ ਨੇ ਪੁੱਛਿਆ ਮਾਲਕ ਜੀ ਆਪਣੀ ਹੱਥ ਦੀ ਤਲੀ ਤੇ ਕਿਉਂ ਰੱਖੀਆਂ? ਮਹਾਰਾਜ ਆਪਣੇ ਖਜ਼ਾਨੇ ਵਿੱਚ ਰੱਖ ਲਓ। ਜਦੋਂ ਕੋਈ ਤੁਹਾਡੇ ਚਰਨਾਂ 'ਚ ਸਿੱਖ ਆਊਗਾ, ਭਾਵਨਾ ਨਾਲ ਅਰਦਾਸ ਕਰੂਗਾ, ਖਜ਼ਾਨੇ ਵਿੱਚੋਂ ਕੱਢ ਕੇ ਦੇ ਦਿਓ। ਮਹਾਰਾਜ ਹੱਥ ਦੀ ਤਲੀ ਤੇ ਕਿਉਂ ਰੱਖੀਆਂ? ਪਰਮਾਤਮਾ ਕਹਿਣ ਲੱਗਾ ਜਿਹੜਾ ਮੇਰੇ ਸ਼ਰਧਾ ਨਾਲ ਭਾਵਨਾ ਨਾਲ ਆ ਕੇ ਅਰਦਾਸ ਕਰੇਗਾ, ਮੇਰਾ ਨਾਮ ਜਪੇਗਾ, ਮੈਂ ਹੱਥ ਦੀ ਤਲੀ ਤੇ ਤਾਂ ਰੱਖੀਆਂ। ਖਜ਼ਾਨੇ ਵਿੱਚੋਂ ਕੱਢਣ ਲਈ ਵੀ ਦੇਰੀ ਹੋ ਸਕਦੀ ਹੈ, ਜਦੋਂ ਮੇਰੇ ਕੋਲ ਆਏਗਾ ਮੈਂ ਐਦਾਂ ਹੀ ਉਹਨੂੰ ਦੇ ਦਾਂਗਾ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। 9 ਨਿਧੀਆਂ 18 ਸਿੱਧੀਆਂ ਦੇਣ ਵਿੱਚ ਦੇਰੀ ਨਾ ਕਿਤੇ ਲੱਗ ਜਾਏ, ਮੈਂ ਤਾਂ ਆਪਣੀ ਹੱਥ ਦੀ ਤਲੀ ਤੇ ਰੱਖੀਆਂ। ਸਿੱਖਾ ਤੂੰ ਗੁਰੂ ਦੇ ਚਰਨਾਂ ਵਿੱਚ ਸੁੱਖ ਇਕੱਠੇ ਕਰਤਾ ਸਹੀ, ਤੂੰ ਗੁਰੂ ਅੱਗੇ ਅਰਦਾਸ ਕਰਤਾ ਸਹੀ। ਗੁਰੂ ਦੇ ਚਰਨਾਂ ਵਿੱਚ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਕਰਨ ਤੇ ਮਿਲਦੀ ਨਹੀਂ, ਜਿਹੜੀ ਗੁਰੂ ਜੀ ਦੇ ਬਚਨ ਮੰਨਣ ਦੇ ਨਾਲ ਮਿਲਦੀ ਨਹੀਂ? ਮਹਾਰਾਜ ਦੀ ਬਾਣੀ ਕਹਿੰਦੀ ਗੁਰ ਸੇਵਾ ਕਿਨ ਨਾ ਲੱਭਿਆ। ਤੇ ਗੁਰੂ ਦੀ ਸੇਵਾ ਕਰਨ ਨਾਲ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਨਹੀਂ ਮਿਲਦੀ? ਸਾਰੀਆਂ ਦਾਤਾਂ ਮਿਲਦੀਆਂ, ਪਰ ਭਾਵਨਾ ਹੋਣੀ ਚਾਹੀਦੀ ਹੈ, ਗੁਰੂ ਤੇ ਸ਼ਰਧਾ ਹੋਣੀ ਚਾਹੀਦੀ ਹੈ। ਸ਼ਰਧਾ ਵਾਲੇ ਗੁਰੂ ਪਾਸੋਂ ਬੜੀਆਂ ਦਾਤਾਂ ਲੈ ਜਾਂਦੇ ਹੈ, ਬੜੀ ਕਿਰਪਾ ਹੋ ਜਾਂਦੀ ਹੈ ਉਹਨਾਂ ਤੇ। ਆਓ ਇੱਥੇ ਹੀ ਆਪਾਂ ਵਿਚਾਰ ਦੀ ਸਮਾਪਤੀ ਕਰਦੇ ਹਾਂ। ਕੱਲ ਦਾ ਆਖਰੀ ਦੀਵਾਨ ਹੈ। ਜਿੰਨੀਆਂ ਵੀ ਸੰਗਤਾਂ ਨੇ ਇਹ ਦੀਵਾਨ ਸੁਣਿਆ ਹੈ, ਜਿਨ੍ਹਾਂ ਨੇ ਅੱਗੇ ਬਾਅਦ ਵਿੱਚ ਸੁਣਨਾ ਹੈ, ਉਹ ਭਾਈ ਵੱਧ ਤੋਂ ਵੱਧ ਇਹ ਦਾਸ ਦੇ ਜਥੇ ਦੇ ਪੇਜ ਨੂੰ ਲਾਈਕ ਕਰੋ, ਆਪਣੇ ਰਿਸ਼ਤੇਦਾਰਾਂ ਤੱਕ ਵੀ ਪਹੁੰਚਾਓ, ਤਾਂ ਜੋ ਉਹ ਵੀ ਗੁਰਮਤਿ ਸਮਾਗਮ ਦਾ, ਕੱਲ ਦੇ ਗੁਰਮਤਿ ਸਮਾਗਮ ਦਾ ਲਾਹਾ ਲੈ ਸਕਣ। ਧੰਨ ਗੁਰ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਡੀ ਖਾਤਰ ਸ਼ਹੀਦੀ ਦਿੱਤੀ ਹੈ। ਆਪਾਂ ਕੱਲ ਦੇ ਦੀਵਾਨਾਂ ਵਿੱਚ ਸਾਰਾ ਸ਼ਹੀਦੀ ਦਾ ਪ੍ਰਸੰਗ ਸੁਣਾਵਾਂਗੇ। ਆਪ ਜੀ ਜਰੂਰ ਸਮਾਂ ਕੱਢਿਓ। 7:30 ਵਜੇ ਆਪਾਂ ਪੂਰੇ ਲਾਈਵ ਹੋ ਜਾਾਂਗੇ। 9 ਵਜੇ ਤੱਕ ਆਪਾਂ ਧੰਨ ਗੁਰ ਅਰਜਨ ਦੇਵ ਮਹਾਰਾਜ ਜੀਆਂ ਦੇ ਜੀਵਨ ਵਿੱਚੋਂ ਕੁਝ ਝਲਕਾਂ ਪਾਵਾਂਗੇ, ਕੁਝ ਇਤਿਹਾਸ ਸਰਵਣ ਕਰਾਂਗੇ, ਕਿਉਂਕਿ ਇਨਸਾਨ ਅਧੂਰਾ ਹੈ। ਅਧੂਰਾ ਮਨੁੱਖ ਪੂਰੇ ਗੁਰੂ ਦੀ ਪੂਰੀ ਵਡਿਆਈ ਕਦੇ ਨਹੀਂ ਸੁਣਾ ਸਕਦਾ। ਜਿੰਨੀ ਕੁ ਸਤਿਗੁਰ ਜੀ ਨੇ ਸੋਝੀ ਦਿੱਤੀ ਹੈ, ਉਨਾ ਕੁ ਆਪ ਜੀ ਦੇ ਨਾਲ ਸਾਂਝਾ ਪਾਈਆਂ। ਕੱਲ ਨੂੰ ਸਤਿਗੁਰ ਜੀਆਂ ਦੇ ਸ਼ਹੀਦੀ ਦਾ ਪ੍ਰਸੰਗ ਆਪਾਂ ਸਰਵਣ ਕਰਾਂਗੇ। ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸੋ ਭਾਈ ਇਹ ਸਮੇਂ ਦਾ ਪੂਰਾ ਲਾਹਾ ਲਓ। ਫੇਸਬੁੱਕ ਵਿੱਚੋਂ ਹੋਰ ਬਹੁਤ ਕੁਝ ਦੇਖਦੇ ਆਂ, YouTube ਵਿੱਚੋਂ ਹੋਰ ਬਹੁਤ ਕੁਝ ਦੇਖਦੇ ਆਂ, ਪਰ ਚੰਗੀਆਂ ਚੀਜ਼ਾਂ ਵੀ ਇਹਦੇ ਵਿੱਚੋਂ ਸੁਣਿਆ ਕਰੋ। ਜਿੱਥੇ 2 ਘੰਟੇ ਆਪਾਂ ਦੁਨਿਆਵੀ ਚੀਜ਼ਾਂ ਪੜ੍ਹਨੀਆਂ, ਖਬਰਾਂ ਸੁਣਨੀਆਂ, ਹੋਰ ਚੀਜ਼ਾਂ ਦੇਖਦੇ ਹੋ, ਉੱਥੇ ਜ਼ਰੂਰ ਅੱਧਾ ਪੌਣਾ ਘੰਟਾ ਇਹਦੇ ਵਿੱਚੋਂ ਗੁਰਬਾਣੀ ਵੀ ਸੁਣ ਲਿਆ ਕਰਿਓ। ਸਾਡੇ ਕੋਲ ਤਾਂ ਸਾਧਨ ਹੀ ਬੜਾ ਵਧੀਆ ਹੈ, ਬੜਾ ਸੋਹਣਾ ਸਾਧਨ ਗੁਰੂ ਜੀ ਨੇ ਸਾਨੂੰ ਬਖਸ਼ ਦਿੱਤਾ। ਇਹਦੇ ਵਿੱਚੋਂ ਲਾਹਾ ਲਓ, ਇਹਦੇ ਵਿੱਚੋਂ ਚੰਗੀਆਂ ਗੱਲਾਂ ਸੁਣੋ, ਗੁਣ ਇਕੱਠੇ ਕਰੋ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀਐ। ਕਿਸੇ ਦੇ ਔਗਣਾਂ ਨੂੰ ਛੱਡ ਦਿਓ, ਜੇ ਉਹਨਾਂ ਵਿੱਚੋਂ ਕੋਈ ਗੁਣ ਇੱਕ ਵੀ ਮਿਲਦਾ ਉਹ ਵੀ ਆਪਣੀ ਜ਼ਿੰਦਗੀ ਅੰਦਰ ਧਾਰਨ ਕਰੋ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਆਓ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ।
ਕੀਰਤਨ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਜਾਂਦੀਆਂ। ਆਪ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ। ਤੇ ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਜਾਣ ਕੇ ਆਪਣੇ ਹਿਰਦਿਆਂ ਅੰਦਰ ਵਸਾਇਓ। ਜਿੰਨੀਆਂ ਵੀ ਬੇਨਤੀਆਂ ਕੀਤੀਆਂ ਆਪਣੇ ਹਿਰਦਿਆਂ ਅੰਦਰ ਵਸਾਇਓ। ਨਾਮ ਜਪਿਆ ਕਰੋ ਭਾਈ, ਬਾਣੀ ਨਾਲ ਵੱਧ ਤੋਂ ਵੱਧ ਪਿਆਰ ਵਧਾਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰੋ। ਜਿੰਨਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸਤਿਕਾਰ ਕਰਾਂਗੇ, ਯਾਦ ਰੱਖਿਓ ਉਨਾ ਦੁਨੀਆ ਸਾਡਾ ਸਤਿਕਾਰ ਕਰੇਗੀ। ਜਿੰਨਾ ਗੁਰੂ ਜੀ ਦਾ ਸਤਿਕਾਰ ਕਰਾਂਗੇ ਉਨਾ ਦੁਨੀਆ ਸਾਡਾ ਸਤਿਕਾਰ ਕਰੇਗੀ। ਤੇ ਇਹ ਵੀ ਗੱਲ ਨਾਲ ਹੀ ਆ, ਜਿਹੜਾ ਗੁਰੂ ਜੀ ਦਾ ਸਤਿਕਾਰ ਨਹੀਂ ਕਰਦਾ, ਜਿਹੜਾ ਗੁਰੂ ਜੀ ਨੂੰ ਮਾੜੇ ਬੋਲ ਬੋਲਦਾ ਹੈ, ਜਿਹੜਾ ਗੁਰੂ ਜੀ ਤੋਂ ਸ਼ਰਧਾ ਤੋੜਦਾ ਹੈ, ਯਾਦ ਰੱਖਿਓ ਉਹਦਾ ਇਸ ਲੋਕ ਵਿੱਚ ਤਾਂ ਕੀ ਪਰਲੋਕ ਵਿੱਚ ਵੀ ਉਹਦਾ ਭਲਾ ਨਹੀਂ ਹੋ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨੂੰ ਦਰਕਾਰਾਂ ਹੀ ਪੈਣਗੀਆਂ। ਫਰੀਦਾ ਤਿੰਨਾ ਮੁਖ ਡਰਾਵਣੇ, ਜਿਨੀ ਵਸਾਰੇ ਓਨ ਨਾਓ। ਇੱਥੇ ਦੁੱਖ ਘਨੇਰਿਆਂ ਆਗੇ ਠੌਰ ਨਾ ਠਾਓ। ਅੱਗੇ ਜਾ ਕੇ ਵੀ ਉਹ ਦੁਖੀ ਹੋਣਗੇ, ਇੱਥੇ ਤਾਂ ਉਹਨਾਂ ਨੇ ਦੁੱਖ ਭੋਗਣਾ ਹੀ ਹੈ। ਖੈਰ ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਆਪਾਂ ਸਰਵਣ ਕਰੀਏ ਜੀ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ ਆਇਓ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਅਰਜਨ ਦੇਵ ਗੁਰੂ, ਅਰਜਨ ਦੇਵ ਗੁਰੂ। ਵਾਹਿਗੁਰੂ। ਧੰਨਵਾਦ ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਬੜੇ ਹੀ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ, ਸਤਿਗੁਰੂ ਜੀ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ। ਕੀਰਤਨ ਕਰਦੇ ਸਮੇਂ ਬੇਅੰਤ ਭੁੱਲਾਂ ਹੋ ਜਾਂਦੀਆਂ। ਆਪ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹੋ ਬਖਸ਼ ਲੈਣਾ ਜੀ। ਸਤਿਗੁਰੂ ਜੀ ਕਿਰਪਾ ਕਰਨ। ਜਿੰਨੀਆਂ ਵੀ ਸੰਗਤਾਂ ਨੇ ਇਹ ਗੁਰਮਤਿ ਸਮਾਗਮ ਦਾ ਲਾਹਾ ਲਿਆ ਹੈ, ਮਹਾਰਾਜ ਸਮੂਹ ਸੰਗਤਾਂ ਦੇ ਆਪਣੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ। ਕੋਟਾਨ ਕੋਟ ਧੰਨਵਾਦ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਗੁਰਮੁਖੋ ਕੱਲ ਦਾ ਆਖਰੀ ਦੀਵਾਨ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਦਾ। ਆਪ ਜੀ ਜ਼ਰੂਰ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਲਾਹਾ ਲਿਓ। ਕੱਲ ਨੂੰ ਵੀ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਸਰਵਣ ਕਰਿਓ। ਸਤਿਗੁਰੂ ਜੀ ਦੇ ਜੋ ਪਰ ਉਪਕਾਰ ਮਹਾਰਾਜ ਜੀ ਨੇ ਸਾਡੀ ਖਾਤਰ ਕੀਤੇ ਹੈ, ਉਹ ਆਪਾਂ ਕੱਲ ਨੂੰ ਵਿਚਾਰਾਂ ਕਰਾਂਗੇ ਜੀ। ਕੱਲ ਨੂੰ ਆਪ ਸਮੇਂ ਸਿਰ ਇਸੇ ਤਰ੍ਹਾਂ ਹੀ ਲਾਹਾ ਲਿਓ। ਹੁਣ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।